ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸੋਮਵਾਰ ਅਸੀਂ ਸਵਾਲ ਜੀਤ ਸਿੰਘ ਜੀ ਤੁਹਾਡਾ ਮਾਈਕ ਮਿਊਟ ਹੋ ਗਿਆ। ਹਰ ਸੋਮਵਾਰ ਨੂੰ ਅਸੀਂ ਸਵਾਲ ਜਵਾਬ ਦਾ ਸੈਸ਼ਨ ਰੱਖਦੇ ਹਾਂ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਕਿ ਸਾਧਨ ਸਾਡੇ ਕੋਲ ਹਨ ਉਹਨਾਂ ਦੀ ਸਟੱਡੀ ਕਰਕੇ ਤੱਥ ਤੱਕ ਪਹੁੰਚਿਆ ਜਾ ਸਕੇ, ਪਰ ਜ਼ਰੂਰੀ ਨਹੀਂ ਹੈ ਕਿ ਅਸੀਂ ਸਾਰੇ ਸਵਾਲਾਂ ਦੇ ਉੱਤਰ ਆਪ ਜੀ ਦੀ ਤਸੱਲੀ ਬਖਸ਼ ਦੇ ਸਕੀਏ। ਆਪ ਜੀ ਨੂੰ ਬੇਨਤੀ ਹੈ ਕਿ ਅਗਰ ਕੋਈ ਸਵਾਲ ਲੱਗਦਾ ਹੈ ਕਿ ਉਹਦੇ ਜਵਾਬ ਵਿੱਚ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਤਾਂ ਆਪ ਜੀ ਉਸ ਸਵਾਲ ਨੂੰ ਦੁਬਾਰਾ ਭੇਜ ਸਕਦੇ ਹੋ, ਚੈਟ ਵਿੱਚ ਵੀ ਲਿਖ ਸਕਦੇ ਹੋ, ਜਾਂ ਵੀਰ ਰਾਜਾ ਸਿੰਘ ਜੀ ਜਾਂ ਹੋਰ ਪੈਨਲ ਮੈਂਬਰਸ ਨੂੰ ਭੇਜ ਸਕਦੇ ਹੋ। ਤਾਂ ਅੱਜ ਦੇ ਸਵਾਲ ਜਵਾਬ ਦੀ ਸੈਸ਼ਨ ਦੀ ਜ਼ਿੰਮੇਵਾਰੀ ਜੋ ਵੀਰ ਰਾਜਾ ਸਿੰਘ ਜੀ ਸ਼ੁਰੂ ਤੋਂ ਨਿਭਾਉਂਦੇ ਆ ਰਹੇ ਹਨ, ਉਹ ਇਸ ਸਵਾਲ ਜਵਾਬ ਦਾ ਸੈਸ਼ਨ ਚੁੱਕਣਗੇ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਅੱਜ ਦਾ ਇਹ ਸਵਾਲ ਦਾ ਸੈਸ਼ਨ ਆਰੰਭ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਅੱਜ ਦੇ ਸੈਸ਼ਨ 'ਚ ਜੀਓ ਆਇਆ ਜੀ। ਤੋ ਸਾਰੇ ਜੋ ਪੈਨਲ ਮੈਂਬਰਸ ਨੇ ਉਹਨਾਂ ਨੂੰ ਮੈਂ ਬੇਨਤੀ ਕਰਨ ਲੱਗਾ ਕਿ ਸੰਗਤ ਨਾਲ ਉਹ ਪਹਿਲੇ ਫਤਿਹ ਸਾਂਝੀ ਕਰਨਗੇ। ਉਸ ਤੋਂ ਬਾਅਦ ਅਸੀਂ ਸੰਗਤ ਵੱਲੋਂ ਆਏ ਜਿਹੜੇ ਸਵਾਲ ਨੇ ਉਹ ਆਪ ਨਾਲ ਸਾਂਝੀ ਕਰਾਂਗੇ। ਤੋ ਵੀਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਸਰਦਾਰ ਪ੍ਰਭਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ। ਪ੍ਰਭਕੀਰਤਨ ਸਿੰਘ ਜੀ। ਵਾਹਿ ਖਾਲਸਾ ਜੀ। ਤੁਹਾਡੀ ਆਵਾਜ਼ ਨਹੀਂ ਆਈ ਹੈ, ਦੇਖ ਲਓ ਤੁਹਾਡਾ ਮਾਈਕ ਠੀਕ ਹੈ ਕਿਸ ਤਰ੍ਹਾਂ। ਪ੍ਰਭਕੀਰਤਨ ਸਿੰਘ ਤੁਹਾਡੀ ਆਵਾਜ਼ ਨਹੀਂ ਆਈ ਤੇ ਆਪਣਾ ਜਰਾ ਮਾਈਕ ਚੈੱਕ ਕਰ ਲਓ ਵੀ ਠੀਕ ਹੈ ਜਾਂ, ਕਿਉਂਕਿ ਆਵਾਜ਼ ਨਹੀਂ ਆਈ। ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਲੱਗਦਾ ਬਹੁਤ ਦੂਰ ਬੈਠੇ ਹੋਏ ਹੋ ਮਾਈਕ ਤੋਂ। ਹਾਂ, ਆਵਾਜ਼ ਨਹੀਂ ਆਉਂਦੀ। ਨਹੀਂ, ਠੀਕ ਨਹੀਂ ਆ ਰਹੀ ਆਵਾਜ਼। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਠੀਕ ਆਈ ਹੈ ਜੀ। ਵਾਹਿਗੁਰੂ ਜੀ ਕੀ ਫਤਿਹ। ਸਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਦੀਪ ਕੌਰ ਜੀ ਜੇ ਆਏ ਹੋਣ ਤਾਂ। ਮਨਿੰਦਰ ਕੌਰ ਜੀ। ਸੌਰੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁਪਿੰਦਰ ਜੀ, ਉਹ ਕੋਈ ਲਾਈਟ ਲਿਆ ਤਾਂ ਬੰਦ ਹੋ ਗਈ ਛੇਤੀ। ਹਾਂ। ਤੋ ਸਤਿ ਸਿੰਘ ਜੀ, ਆਓ ਆਪਾਂ ਆਪ ਜੀ ਵੱਲੋਂ ਜੋ ਭੇਜੇ ਸਵਾਲ ਨੇ, ਜਿਸ ਤਰ੍ਹਾਂ ਹੁਣੇ ਵੀਰ ਅਰਜੀਤ ਸਿੰਘ ਜੀ ਨੇ ਦੱਸਿਆ ਕਿ ਜਿਤਨੇ ਸਵਾਲ ਆਪ ਜੀ ਆਏ ਆਉਂਦੇ ਨੇ, ਪੈਨਲ ਮੈਂਬਰਸ ਵਿਚਾਰ ਕਰਕੇ ਜਿੱਥੋਂ ਤੱਕ ਹੋ ਸਕੇ ਉਹਨਾਂ ਦੇ ਉੱਤਰ ਲੱਭ ਕੇ ਆਪ ਨਾਲ ਅਸੀਂ ਰੂਬਰੂ ਹੁੰਦੇ ਹਾਂ ਜੀ। ਤੋ ਇਸੇ ਤਰ੍ਹਾਂ ਵੱਖ-ਵੱਖ ਵਿਸ਼ਿਆਂ ਦੇ ਜੋ ਸਾਨੂੰ ਸਵਾਲ ਇਸ ਹਫ਼ਤੇ ਆਏ ਸਨ। ਤੋ ਇੱਕ ਸਵਾਲ ਸਾਨੂੰ ਸੁਰਜੀਤ ਸਿੰਘ ਉਹਨਾਂ ਨੇ ਭੇਜਿਆ ਸੀ
ਉਹ ਕਹਿੰਦੇ ਨੇ ਕਿ ਹਰ ਦੇ ਅਨੁਵਾਦ ਅੰਗਰੇਜ਼ੀ ਵਿੱਚ ਗੋਡ, ਲਾਰਡ, ਮਾਸਟਰ ਕੀਤੇ ਹਨ। ਤੋ ਰੱਬ ਦੇ 3 ਨਾਂ ਅੰਗਰੇਜ਼ੀ ਵਿੱਚ ਜਿਹੜੇ ਨੇ ਇਹਨਾਂ ਦੀ ਕੀ ਮਹੱਤਤਾ ਹੈ? ਤੋ ਮੈਂ ਬੇਨਤੀ ਕਰ ਰਿਹਾ ਵੀਰ ਤਜਿੰਦਰ ਸਿੰਘ ਜੀ ਨੂੰ ਕਿ ਉਹ ਕਿਰਪਾ ਕਰਕੇ ਸਾਨੂੰ ਦੱਸਣ ਕਿ ਇਹ ਜੋ ਸਵਾਲ ਸਾਨੂੰ ਆਇਆ ਹੈ, ਇਹ ਇੰਗਲਿਸ਼ ਵਿੱਚ ਜਿਹੜੇ 3 ਨਾਮ ਵਰਤੇ ਨੇ ਗੋਡ, ਲਾਰਡ, ਮਾਸਟਰ, ਇਹਨਾਂ ਦੇ ਸੰਖੇਪ ਵਿੱਚ ਸਾਨੂੰ ਅਰਥ ਦੱਸਣ, ਜਿਸ ਤਰ੍ਹਾਂ ਕਿ ਵੀਰ ਜੀ ਨੇ ਪੁੱਛਿਆ। ਹਾਂਜੀ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਪੁੱਛਿਆ ਹੈ ਕਿ ਹਰ ਦੇ ਜਿਹੜੇ ਅਰਥ ਅੰਗਰੇਜ਼ੀ ਦੇ ਵਿੱਚ ਹਨ ਉਹ ਗੋਡ, ਲਾਰਡ ਔਰ ਮਾਸਟਰ ਕੀਤੇ ਗਏ ਹਨ। ਇਸ ਨੂੰ ਸਮਝਣ ਵਾਸਤੇ ਸਾਨੂੰ ਇਹ ਦੇਖਣਾ ਪਏਗਾ ਕਿ ਇਹ ਜਿਹੜੇ ਵਰਡ ਹਨ ਇਹ ਆਏ ਕਿੱਥੋਂ ਹਨ। ਤੇ ਅਸੀਂ ਜਦੋਂ ਵੇਖਿਆ ਕਿ ਬਾਈਬਲ ਦੇ ਵਿੱਚੋਂ ਜਿਹੜੀ ਕ੍ਰੀਏਸ਼ਨ ਦੀ ਥਿਊਰੀ ਹੈ ਉਸ ਦੇ ਅੰਦਰ ਪਰਮਾਤਮਾ ਨੇ ਕਿਵੇਂ ਸ੍ਰਿਸ਼ਟੀ ਦੀ ਸਾਜਨਾ ਕੀਤੀ, ਉਸ ਵਿੱਚ ਇਸ ਦਾ ਜਿਹੜਾ ਹੈ ਵਰਣਨ ਆਉਂਦਾ ਹੈ। ਉਹ throughout the creation story, I am quoting it, throughout the creation story which takes place over 7 days in Genesis 1 and 2, the creator is referred to simply as God. So God ਜਿਹੜਾ ਹੈ ਉਹ word Bible ਚੋਂ ਆਇਆ ਹੈ in this sense ਕਿ he is creator of the universe. It is focused on his power as God, specifically about his ability to create from nothingness. ਕਿ ਕੁਝ ਵੀ ਨਹੀਂ ਸੀ, ਉਥੋਂ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਦੀ ਜਿਹੜੀ ਹੈ ਉਹ ਰਚਨਾ ਕੀਤੀ। The phrase Lord God, next word ਹੈਗਾ ਕਿ Lord ਦਾ ਕੀ ਮਤਲਬ ਹੈ। The phrase Lord God is used starting in Genesis 2 after he has created the world. Since the word Lord means master, perhaps the biblical author is trying to show his expanded role. He is still God and can still do everything God can, but now that he has created a world, he is the master of this world, the Lord God. So I think it is clear that Lord, Master and God, they are synonymous words for different roles of God. ਇਹ ਤੇ ਹੋ ਗਿਆ ਇਹਦੇ ਜਿਹੜੇ ਵੀਰ ਜੀ ਨੇ ਪੁੱਛਿਆ ਹੈ। ਹੁਣ ਜਿੱਥੇ ਤੱਕ ਇਹਦੇ ਅਸੀਂ ਗੁਰਬਾਣੀ ਵੀ ਅਰਥ ਦੇਖਦੇ ਹਾਂ ਤਾਂ ਹਰ ਆਰਾਧੀ ਹੈ, ਸੰਤ ਸੰਗ ਹਰ ਮਨ ਵਸੈ, ਭਰਮ ਮੋਹ ਪਾਉ ਸਾਧੀ ਹੈ ਰਹਾਉ। ਇਹ ਗੌੜੀ ਮਹਲਾ 5ਵਾਂ ਦੇ ਵਿੱਚ ਅੰਕ 213 ਦੇ ਉੱਪਰ ਇਹ ਚੀਜ਼ ਜਿਹੜੀ ਹੈ ਉਹ 211 ਦੇ ਉੱਪਰ ਹੈ। ਤੋ ਇੱਥੇ ਵੀ ਜਿਹੜੇ ਅਰਥ ਹਨ ਉਹ ਇਹੀ ਹਨ ਕਿ ਮੈਡੀਟੇਟ ਥਾਊ ਔਨ ਗੋਡ ਦਾ ਲਾਰਡ ਮਾਸਟਰ। ਇਹ ਭਾਈ ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਨੈਕਸਟ ਹੈ ਸੰਤੋ ਹਰ ਆਰਾਧੋ। ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧੋ ਰਹਾਓ। O saints, remember thou the Lord Master's name. ਇਹ ਸੰਤ ਜਨੋ ਸਦਾ ਹੀ ਪਰਮਾਤਮਾ ਦਾ ਨਾਮ ਹੀ ਸਿਮਰਿਆ ਕਰੋ। ਅਗਲਾ ਜਿਹੜਾ ਹੈ ਕੋਟੇਸ਼ਨ ਹੈ ਉਹ ਵੀ ਇਹੀ ਹੈ ਕਿ ਇਸ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਸਿਮਰਿਆ ਕਰੋ। ਤੋ ਅਸੀਂ ਦੇਖਦੇ ਹਾਂ ਕਿ ਜਦ ਤੱਕ ਗੁਰਮਤਿ ਦੀ ਗੱਲ ਹੈ, ਗੁਰਬਾਣੀ ਦੀ ਗੱਲ ਹੈ, ਤਾਂ ਗੁਰਬਾਣੀ ਵਿੱਚ ਇੱਕ ਹੋਰ ਪੰਕਤੀ ਹੁੰਦੀ ਹੈ, ਹਰ ਔਖਦ ਜਗ ਪੂਰਾ, ਜਪ ਹਰ ਹਉਮੈ ਮਾਰੀ। ਇਹ ਤਨਾਸਰੀ ਮਹਿਲਾ ਚੌਥਾ ਅੰਕ ਜਿਹੜਾ ਹੈ ਉਹ 666 ਦੇ ਉੱਪਰ ਇਹ ਹੈ। ਤੋ ਇਹਦੇ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਹਨ, ਇਹ ਭਾਈ ਪਰਮਾਤਮਾ ਦਾ ਨਾਮ ਜਗਤ ਵਿੱਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਹੁੰਝਦੀ। ਇਹ ਨਾਮ ਜਪ ਕੇ ਅੰਦਰੋਂ ਹਉਮੈ ਮੁਕਾ ਸਕੀਦੀ ਹੈ। ਔਰ ਇੰਗਲਿਸ਼ ਵਿੱਚ ਇਹਦੀ ਟ੍ਰਾਂਸਲੇਸ਼ਨ ਹੈ, the Lord Master's name is the perfect cure in this world, and uttering the Lord's name I have stilled my ego. ਤੋ ਅਸੀਂ ਇਸ ਨੂੰ ਬੜੇ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਗੁਰਬਾਣੀ ਗੁਰਮਤਿ ਦੇ ਵਿੱਚ ਹਰ ਜਿਹੜੇ ਉਹਦੇ ਇਹੀ ਅਰਥ ਹਨ। ਬਾਕੀ ਜਿੱਥੇ ਅਗਰ ਅਸੀਂ ਇਕਾਂਤ ਸਿੰਘ ਨਾਭਾ ਜੀ ਨੂੰ ਦੇਖਦੇ ਹਾਂ ਤਾਂ ਉਹਨਾਂ ਨੇ ਇਸ ਦੇ ਜਿਹੜੇ ਅਰਥ ਕਰਕੇ ਸਾਨੂੰ ਸਮਝਾਏ ਹਨ, ਉਹ ਕਾਫੀ ਜਿਹੜੇ ਹਨ ਉਹ ਸਮਝਣ ਵਾਲੇ ਹਨ। ਤੇ ਮੈਂ ਬਹੁਤਾ ਵਿਸਤਾਰ ਨਾ ਕਰਦਾ ਹੋਇਆ, ਮੈਂ ਸਿਰਫ ਕੁਝ ਕੁ ਜਿਹੜੇ ਸੰਸਕ੍ਰਿਤ ਦੇ ਵਿੱਚ ਇਸ ਦੇ ਇੰਨੇ ਅਰਥ ਹਨ ਹਰ ਦੇ। ਇਹਦੇ ਅਰਥ ਵਿਸ਼ਨੂੰ ਵੀ ਕੀਤੇ ਗਏ ਹਨ, ਕ੍ਰਿਸ਼ਨ ਕੀਤੇ ਗਏ ਹਨ,
ਯਮ ਪੌਣ ਇੰਦਰ ਚੰਦ ਸੂਰਜ ਸ਼ੇਰ ਕਿਰਨ ਘੋੜਾ ਤੋਤਾ ਬਾਂਦਰ ਸੱਪ ਡੱਡੂ ਸ਼ਿਵ ਬ੍ਰਹਮਾ ਅਗ ਕੋਇਲ ਬਤਕ ਮੋਰ ਸਾਵਾ ਤੇ ਸੁਨਹਿਰੀ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹਨ ਉਹ ਕਈ ਅਰਥ ਹਨ, ਲੇਕਿਨ ਅਸੀਂ ਸਮਝਦੇ ਹਾਂ ਕਿ ਇੰਨੇ ਕੁ ਅਰਥਾਂ ਨਾਲ ਜਿਹੜਾ ਸਵਾਲ ਹੈ ਉਸਦਾ ਜਵਾਬ ਵੀਰ ਜੀ ਨੂੰ ਪਹੁੰਚ ਗਿਆ ਹੋਏਗਾ। ਅਗਰ ਹੋਰ ਵੀ ਕੋਈ ਉਹਨਾਂ ਦੇ ਇਹਦੇ ਵਿੱਚ ਸ਼ੰਕਾ ਹੋਵੇ ਜਾਂ ਹੋਰ ਕੋਈ ਕੁਐਸਚਨ ਹੋਵੇ ਤਾਂ ਉਹ ਜ਼ਰੂਰ ਭੇਜ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਵੀਰ ਜੀ ਨੇ ਜੋ ਉਹਨਾਂ ਨੇ ਪੁੱਛਿਆ, ਆਸ ਕਰਦਾ ਵੀ ਉੱਤਰ ਮਿਲਿਆ ਸਾਧ ਸੰਗਤ ਜੀ। ਬਾਕੀ ਜਿਸ ਤਰ੍ਹਾਂ ਬਾਣੀ 'ਚ ਵੀ ਆਉਂਦਾ ਕੀਰਤਨ ਨਾਮ ਕਥਿਤ ਰਜੇਬਾ, ਔਰ ਵੈਸੇ ਵੀ ਇਹ ਜਿਹੜਾ ਸਵਾਲ ਹੈ ਇਹ ਕਾਫੀ ਵਾਰੀ ਅੱਗੇ ਇਹੋ ਜਿਹੇ ਡਿਸਕਸ ਹੋਏ ਨੇ ਵੱਖ-ਵੱਖ ਵਿਸ਼ਿਆਂ ਵਿੱਚ ਵੀ ਇਸ ਪਲੇਟਫਾਰਮ ਤੇ, ਕਿ ਵਾਹਿਗੁਰੂ ਦੇ ਨਾਮ ਜਿਹੜਾ ਹੈ, ਜੋ ਵੀ ਕਿਸੇ ਨੇ ਕੋਈ ਵਾਹਿਗੁਰੂ ਜੀ ਦੀ ਕੋਈ ਕੁਆਲਿਟੀ ਦੇਖੀ ਹੈ, ਵਿਸ਼ੇਸ਼ਣ ਦੇਖਿਆ ਹੈ, ਉਹਦੇ ਮੁਤਾਬਕ ਉਹਦਾ ਨਾਮ ਲਾ ਲਿਆ। ਔਰ ਪਿਛਲੇ ਦਿਨਾਂ ਵਿੱਚ ਗਾਏ ਬਗਾਏ ਦੱਸਿਆ ਗਿਆ ਹੈ ਕਿਸ ਤਰ੍ਹਾਂ ਗੋਪਾਲ, ਗੋਬਿੰਦ, ਗੋਪਾਲ, ਰਹੀਮ, ਕਰੀਮ ਸਭ ਦੇ ਕੀ ਅਰਥ ਨੇ। ਤੋ ਵਾਹਿਗੁਰੂ ਦੇ ਨਾਮ ਕਿਤਨੇ ਨੇ ਇਹ ਅੱਜ ਤੱਕ ਕੋਈ ਨਹੀਂ ਦੱਸ ਸਕਿਆ। ਤੋ ਉਂਝ ਠੀਕ ਹੈ, ਜਿਸ ਤਰ੍ਹਾਂ ਵੀਰ ਜੀ ਨੇ ਐਕਸਪਲੇਨ ਕੀਤਾ ਹੈਗਾ, ਔਰ ਗਰੁੱਪ ਚੈਟ ਵਿੱਚ ਡਾਕਟਰ ਕਿਰਪਾਲ ਸਿੰਘ ਜੀ ਨੇ ਲਿਖਿਆ ਕਿ ਹਰ ਹਰ ਮੀਨਸ ਬਲੂਮਿੰਗ ਕ੍ਰੀਏਟਰ। ਗੱਲ ਤੇ ਵਾਹਿਗੁਰੂ ਦੇ ਨਾਮ ਦੀ ਹੈ। ਇਸ ਤੋਂ ਉੱਤੇ ਮੈਂ ਗੱਲ ਬੇਨਤੀ ਕਰਦਾ ਕਿ ਨਾਮ ਕੋਈ ਵੀ ਹੋਵੇ, ਅਸਲ ਜੋ ਮਕਸਦ ਹੈ ਉਹ ਤੇ ਅਨੁਭਵ ਹੈ, ਕਿ ਅਸੀਂ ਵਾਹਿਗੁਰੂ ਨੂੰ ਅਨੁਭਵ ਕਰਨਾ ਹੈ, ਉਹਨੂੰ ਆਪਣੇ ਅੰਗ ਸੰਗ ਸਮਝਣਾ ਹੈ, ਉਹਨੂੰ ਆਪਣਾ ਕ੍ਰੀਏਟਰ, ਆਪਣਾ ਸਸਟੇਨਰ ਸਮਝਣਾ, ਤੇ ਹਰ ਵੇਲੇ ਅਸੀਂ ਉਹਦੇ ਨਾਲ ਇਨ ਟਿਊਨ ਹੋ ਕੇ, ਇੱਕਮਿਕ ਹੋ ਕੇ ਰਹਿਣਾ, ਜਿਹੜੀ ਅਲਟੀਮੇਟ ਸਟੇਜ ਹੈ। ਤੋ ਇਸ ਕਰਕੇ ਨਾਮ ਕੋਈ ਵੀ ਹੋਵੇ, ਤੇ ਨਾਮ ਦੇ ਅਰਥਾਂ ਪਿੱਛੇ ਵੀ ਬਹੁਤਾ ਮੇਰੇ ਖਿਆਲ ਵੀ ਜਾਣ ਨਾਲੋਂ ਤੇ ਸਾਨੂੰ ਜਿਹੜੀ ਅਸਲ ਜ਼ਰੂਰਤ ਇਹੀ ਹੈ ਕਿ ਜਿਵੇਂ ਆਪਾਂ ਰੋਜ਼ ਮੂਲ ਮੰਤਰ ਦਾ ਪਾਠ ਕਰਦੇ ਹਾਂ ਕਿ ਵਾਹਿਗੁਰੂ ਜੀ ਜਿਹੜੇ ਨੇ ਉਹਨਾਂ ਦੀਆਂ ਅਸੀਂ ਇਹ ਜੋ ਗੁਣਾਤਮਕ ਗੱਲਾਂ ਕਰਦੇ ਹਾਂ, ਤੇ ਲੋੜ ਤੇ ਹੈ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨ ਦੀ, ਨਾਮ ਭਾਵੇਂ ਕੋਈ ਵੀ ਹੋਵੇ। ਤੋ ਇੱਕ ਵਾਰੀ ਫੇਰ ਵੀਰ ਤਜਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸਾਧ ਸੰਗਤ ਜੀ, ਜਿਸ ਵੇਲੇ ਕੋਈ ਵਿਸ਼ਾ ਚੱਲ ਰਿਹਾ ਹੁੰਦਾ ਤਾਂ ਉਸ ਵਿਸ਼ੇ ਚੋਂ ਕਈ ਸੰਗਤਾਂ ਜਿਹੜੀਆਂ ਨੇ ਉਹ ਹੋਰ ਉਹਨਾਂ ਨੂੰ ਕਲੈਰੀਫਾਈ ਕਰਨ ਲਈ ਸਾਡੇ ਕੋਲ ਸਵਾਲ ਲਿਆਂਦੀਆਂ ਨੇ। ਗਰੁੱਪ ਰਿਐਕਟ ਚ ਆਂਦਾ, ਬੜੀ ਚੰਗੀ ਗੱਲ ਹੈ, ਦਇਆ ਕਰੋ ਅਸੀਂ ਨੋਟ ਕਰ ਲਈਏ। ਤੋ ਪਿਛਲੇ ਹਫਤੇ ਵੀਰ ਹਰਵਿੰਦਰ ਸਿੰਘ ਜੀ ਨੇ ਗਰੁੱਪ ਚੈਟ ਵਿੱਚ ਲਿਖਿਆ ਸੀ, ਜਿਸ ਵੇਲੇ ਸਾਹਿਬ ਪ੍ਰਭੂ ਕੀਰਤਨ ਸਿੰਘ ਜੀ ਸੰਗਤ ਦੀ ਗੱਲ ਕਰ ਰਹੇ ਸਨ, ਤਾਂ ਉਹਨਾਂ ਨੇ ਲਿਖਿਆ ਸੀ ਜਿੱਥੇ ਸੰਗਤ ਨਹੀਂ ਉੱਥੇ ਕੀ ਭਾਵ ਹੋਇਆ। ਸਾਹ ਹਰਵਿੰਦਰ ਸਿੰਘ ਜੀ ਨੇ ਲਿਖਿਆ ਸੀਗਾ, ਹੈਲੋ, ਹਾਂਜੀ ਵੀਰ ਜੀ। ਇਸ ਲਈ ਬੇਨਤੀ ਕਰ ਕੀਰਤਨ ਸਿੰਘ ਜੀ ਤੁਸੀਂ ਉੱਤਰ ਸ਼ੁਰੂ ਕਰ ਲਓ ਉਹਨਾਂ ਦਾ। ਹਾਂਜੀ ਹਾਂਜੀ ਵੀਰ ਜੀ ਦਾ ਸਵਾਲ ਜਿਹੜਾ ਹੈ ਉਸਦਾ ਜਵਾਬ ਇਸ ਤਰ੍ਹਾਂ ਹੈ ਜੀ ਕਿ ਸੰਗਤ ਦਾ ਅਰਥ ਉਹਨਾਂ ਗੁਰਮੁਖਾਂ ਦੀ ਸੰਗਤ ਹੈ ਜੋ ਗੁਰਬਾਣੀ, ਗੁਰੂ, ਨਾਮ, ਪ੍ਰਭੂ ਦੀ ਵਿਚਾਰ, ਪ੍ਰਭੂ ਦੀ ਉਸਤਤ, ਪ੍ਰਭੂ ਦੀ ਸਿਫਤ ਸਲਾਹ ਕਰਨ। ਉਹ ਜਿਹੇ ਗੁਰਮੁਖਾਂ ਦੇ ਸਾਥ ਵਿੱਚ ਸੰਗਤ ਜੋ ਹੈ ਉਹ ਉਸ ਨੂੰ ਗੁਰਮਤਿ ਦੇ ਵਿੱਚ ਸਤ ਸੰਗਤ ਕਿਹਾ ਗਿਆ। ਭਾਵੇਂ ਸਰੀਰ ਮਹੱਤਵਪੂਰਨ ਹਨ, ਪਰ ਅਸਲ ਜਿਹੜੀ ਤੱਤ ਵਸਤੂ ਹੈ ਉਹ ਬਾਣੀ, ਗੁਰੂ ਦੀ ਸਿਫਤ ਸਲਾਹ, ਨਾਮ ਤੇ ਪ੍ਰਭੂ ਦੇ ਗੁਣ ਗਾਉਣੇ ਹਨ। ਜੇ ਤੱਤ ਵਸਤੂ ਮੌਜੂਦ ਨਹੀਂ ਤਾਂ ਸਰੀਰਾਂ ਦੀ ਸੰਗਤ ਵੀ ਅਧੂਰੀ ਹੈ ਤੇ ਅਸੀਂ ਉਹਨੂੰ ਸਤ ਸੰਗਤ ਨਹੀਂ ਕਹਿ ਸਕਦੇ, ਕਿਉਂਕਿ ਸਤ ਸੰਗਤ ਉਹੀ ਹੈ ਜਿੱਥੇ ਇਹਨਾਂ ਦੀ ਵਿਚਾਰ ਹੋਵੇ। ਤਾਂ ਗੁਰਮਤਿ ਦੇ ਵਿੱਚ ਵਿਚਾਰਾਂ ਦਾ ਬਾਣੀ, ਸ਼ਬਦ, ਨਾਮ ਦਾ ਦਰਜਾ ਹੀ ਸਭ ਤੋਂ ਉੱਤਮ ਮੰਨਿਆ ਗਿਆ ਹੈ। ਜਦੋਂ ਸਰੀਰਕ ਰੂਪ ਵਿੱਚ ਗੁਰਮੁਖਾਂ ਦੀ ਸੰਗਤ ਨਾ ਹੋ ਸਕੇ, ਗੁਰੂ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ, ਗੁਰਬਾਣੀ ਦਾ ਪਾਠ, ਕੀਰਤਨ, ਸ਼ਬਦ ਵਿਚਾਰ ਦੀ ਸੰਗਤ ਵੀ ਉਤਨੀ ਹੀ ਗੁਣਕਾਰੀ ਹੈ। ਔਰ ਇਸੇ ਤਰ੍ਹਾਂ ਗੁਰਮੁਖਾਂ ਦੀਆਂ ਰਚਨਾਵਾਂ, ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੀਆਂ ਵਿਚਾਰਾਂ ਨੂੰ ਪੜ੍ਹਨਾ, ਵਿਚਾਰਨਾ, ਉਹਨਾਂ ਤੋਂ ਪ੍ਰੇਰਨਾ ਲੈਣੀ ਤੇ ਇਹਨਾਂ ਵਿਚਾਰਾਂ ਤੇ ਅਮਲ ਦਾ ਯਤਨ ਕਰਨਾ, ਇਹ ਵੀ ਸਤ ਸੰਗਤ ਦਾ ਹਿੱਸਾ ਹੈ। ਕਿਉਂਕਿ ਸਤ ਸੰਗਤ ਵਿੱਚ ਜਾਣ ਦਾ ਭਾਵ ਇਹੀ ਹੈ ਕਿ ਸਾਡਾ ਅਮਲੀ ਜੀਵਨ ਜੋ ਹੈ ਉਹ ਅਲਟੀਮੇਟਲੀ ਚੰਗਾ ਬਣੇ। ਸੋ ਜਦੋਂ ਸਰੀਰਕ ਰੂਪ ਵਿੱਚ ਗੁਰਮੁਖਾਂ ਦੀ ਸੰਗਤ ਨਾ ਹੋ ਸਕੇ ਤਾਂ ਡਿਜੀਟਲ ਰੂਪ ਵਿੱਚ ਤੇ ਹੋਰ ਮੀਡੀਆ ਰਾਹੀਂ ਸੰਗਤ ਵੀ ਉਤਨੀ ਹੀ ਗੁਣਕਾਰੀ ਹੈ।
ਜੇਕਰ ਇਹ ਉਵੇਂ ਹੀ ਸੁਚੇਤ, ਸਾਵਧਾਨ ਤੇ ਚੇਤੰਨ ਹੋ ਕੇ ਕੀਤੀ ਜਾਵੇ ਤੇ ਪ੍ਰਭੂ ਦੀ ਯਾਦ ਵਿੱਚ ਜੁੜਿਆ ਜਾਵੇ। ਸੋ ਇਉਂ ਸੰਗਤ ਦਾ ਅਰਥ ਕੇਵਲ ਸਰੀਰ ਦੀ ਸੰਗਤ ਨਹੀਂ, ਸਗੋਂ ਸਾਨੂੰ ਇੱਕ ਵਿਸ਼ਾਲ ਦ੍ਰਿਸ਼ਟੀ ਨਾਲ ਦੇਖਣਾ ਪਏਗਾ ਤਾਂ ਕਿ ਜਿਵੇਂ ਹਾਲਾਤ ਦੇ ਮੁਤਾਬਕ ਸੰਭਵ ਹੋ ਸਕੇ ਅਸੀਂ ਸੰਗਤ ਦਾ ਫਾਇਦਾ ਉਠਾ ਸਕੀਏ। ਆਸ ਹੈ ਕਿ ਇਹਦੇ ਨਾਲ ਵੀਰ ਜੀ ਦਾ ਸਵਾਲ ਜੋ ਹੈ ਉਹਦੀ ਆਪਣਾ ਜਵਾਬ ਹੋ ਗਿਆ ਹੋਏਗਾ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो वीर जी ने संगत बारे दसिया तो बड़ा स्पष्ट है, बहुत अच्छा वीर जी ने करके दसिया। तो साध संगत जी, संगत जिहड़ी है ये मैं समझा साडे मन की बिरती है। जेकर आपां संगत में जाके बैठ भी जाइए तो साडा अगर मन खिंड रहा है तो मेरा ख्याल है भी वो संगत की वो असी लाभ नहीं उठाते, फिर आपां नूं किहदी संगत कही। तो पिछे जे सवाल जवाब और बाकी सैशन जिसले चलते हैं तो किसी वीर ने पूछा सीगा कि डिजिटल संगत बारे तुहाडा की विचार, तो वो भी इत्थे डिस्कस होया सी। मैं भी बेनती कर दिया कि कहते ने विचारवान कि संगत जिहड़ी है वो मनुखां दी संगत, भावें चंगे भले पुरुषां दी संगत, भावें किते भी हो, चाहे असीं तुरे जांदे हां या किसी धर्म स्थान ते, और ख्यालां दी संगत जिवें वीर जी ने दस्सिया और धर्म ग्रंथ या किताबां की संगत प्रभ की प्लेटफॉर्म से बैठे हैं तो तकरीबन 80-90 रोज़ प्राणी जिहड़े ने वो जुड़ते हैं। तो ये भी एक संगत है, क्योंकि संगत की गल बड़ी स्पष्ट है कि सतसंगत कैसी जानी है जिथे एको नाम खानी, एको नाम हुक्म है नानक सतगुरु दिया बुझाए जी। तो जिथे सतगुरु के परमात्मा के घर की गल, नेक नीति की गल, सदाचारी की गल चलती, वो संगत है। तो कोशिश साडी होनी चाहिए है कि जिहड़ी सत संगत है, भाव चंगियां ख्यालों वाली संगत जिहड़ी जिथों मिले वो करनी चाहिए है। तो अपने मन के जिहड़े ख्याल ने वो भी अगर पवित्र रहन तो वो भी एक सत संगत है। तो सतगुरु कृपा करे कि असी सच्ची संगत नाल जुड़े रहिए, तां ही साडा जिहड़ा मनुखा जन्म है ये सफला हो सकता है। वरना जिहड़ी माया दे हल्ले ने या आले दुआले दे हल्ले ने वो हमेशा साडे मन नूं भटकाउंदे ने, तो साडे जो जीवन का मकसद है वो खराब भी हो सकता है। तो इस मन नूं सही दिशा में लिजाउण लई हर वेले सानूं अच्छी संगत जिहड़ी है वो रखनी चाहिए है। धन्नवाद वीर जी, आप जी का बहुत बहुत धन्नवाद है। तो मैं अगले सवाल वाल चलदा तो ग्रुप चैट विच एक जसबीर सिंह भाटिया जी ने पाया, मैं पढ़ देना मे बी के रिलेटेड होवे उन्हां दा कोई क्वेश्चन। इट्स नॉट ईजी टू ट्रांसलेट गुरबाणी इनटू इंग्लिश or other languages because concepts of the translated equivalents एक मिनट जी मैनू क्षमा करना, अगे एक होर क्वेश्चन आ गया। Concepts of the translated equivalents are different, but Pardon there me, is I'm no missing one. choice but to use those words in the absence of any better choice. Therefore, explanation of the translation is also necessary. ओके ठीक है जी, धन्यवाद आप जी के इस वादे लिए। तो सर कृपाल सिंह जी कहते हैं कि लेट्स रिमेंबर सैक्रिफाइसेस ऑफ आवर एल्डर्स एंड वेटरन्स ऑन मेमोरियल डे टुडे इन यूएस एंड एसएमसी टीम। कृपा धन्यवाद वीर जी का। कृपाल सिंह जी, आप जिस इस इलाके रहने इस नॉर्थ अमेरिका दे विच और यूरोप दे विच ये जिहड़े वैटरन सैक्रिफाइसेस डे है उन्होंने मनाया जाता है। आप जी याद कराने लिए बहुत बहुत धन्यवाद है। तो सत्संग जी आप सवाल वाल चलते हैं। एक सवाल जिहड़ा है वो भी पिछले हफ्ते जिहड़ा प्रोग्राम चल रहा सी सिमरन का, ਉਹਦੇ ਵਿੱਚ ਸਰ ਗੁਰਬਚਨ ਸਿੰਘ जी ने सवाल पाया सी कि मन में सिमरन ना कि मुख में सिमरन। तो मैं ये जी गल है कि बाकी बड़ी टचिंग गल है कि सिमरन जिहड़ा किवें होना चाहिए, केवल मुख हिलाउण दे नाल या मन दे नाल, मन च वसाउण दे नाल। ते मैं बेनती कर रहा वीर हरजीत सिंह जी नूं भी कृपा करके सानूं थोड़ा ਇਹਦੇ ਬਾਰੇ खोल के दसो कि क्योंकि सिमरन बारे साध संगत जी ਆਪਾਂ देखते हैं कि सिर्फ इस प्लेटफॉर्म ते नहीं, हमेशा हर थां ਅਸੀਂ देखते हैं कि सिमरन बारे चर्चा बड़ी ਹੁੰਦੀ भी सिमरन किवें करिए जी, सिमरन है की है जी। और बड़ियां बड़ियां ਇਹਦੇ ਤੇ किताबां भी
ਵਿਦਵਾਨਾਂ ਨੇ ਲਿਖੀਆਂ ਨੇ। ਤੋ ਇਸ ਕਰਕੇ ਬੜਾ ਵਿਸ਼ਾਲ ਵਿਸ਼ਾ ਹੈਗਾ ਤੇ ਇਹਦੇ ਚ ਕਿਤਨੇ ਵੀ ਸਵਾਲ ਆ ਜਾਣ ਉਹ ਸੰਭਵ ਨੇ ਕਿ ਆਉਂਦੇ ਹੀ ਰਹਿਣਗੇ। ਤੋ ਸਵਾਲ ਆਉਣੇ ਸਿਮਰਨ ਬਾਰੇ ਵੀ ਇੱਕ ਬਹੁਤ ਵਧੀਆ ਉਮਨ ਹੈ ਕਿ ਸਾਡੇ ਮਨ ਵਿੱਚ ਇੱਕ ਘੱਟੋ ਘੱਟ ਖਿਆਲ ਜਾਂ ਤੜਪ ਹੈ ਕਿ ਆਪਾਂ ਜੋ ਸਿਮਰਨ ਬਾਰੇ ਸੋਚਿਆ ਠੀਕ ਹੈ ਜਾਂ ਜਿਸ ਤਰ੍ਹਾਂ ਅਸੀਂ ਸਿਮਰਨ ਕਰ ਰਹੇ ਹਾਂ ਉਹ ਠੀਕ ਹੈ। ਤੋ ਇਹਦੇ ਬਾਰੇ ਮੈਂ ਬੇਨਤੀ ਕਰ ਰਿਹਾ ਵੀਰ ਹਰਜੀਤ ਸਿੰਘ ਜੀ ਨੂੰ ਕਿ ਸਾਨੂੰ ਇਹ ਦੱਸੋ ਕਿ ਮਨਮੈ ਸਿਮਰਨ ਨਾ ਕਿ ਮੁਖਮੈ ਸਿਮਰਨ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਐਸਾ ਸ਼ਬਦ ਹੈ ਗੁਰਮਤਿ ਫਿਲਾਸਫੀ ਦੇ ਵਿੱਚ ਸਿਮਰਨ, ਜਿਹਦੇ ਬਾਰੇ ਬਹੁਤ ਹੀ ਚਰਚਾ ਆਮ ਤੌਰ ਤੇ ਸੁਣੀ ਦੀ ਹੈ। ਜਿੱਥੇ ਵੀ ਸੰਗਤ ਜੁੜਦੀ ਹੈ, ਗੁਰੂ ਕੇ ਪਿਆਰੇ ਜੁੜਦੇ ਹਨ, ਇੱਕ ਬੜਾ ਵੱਡਾ ਇਹ ਸਬਜੈਕਟ ਜਿਹੜਾ ਇਸ਼ੂ ਹੈ ਖੜਾ ਹੋ ਜਾਂਦਾ ਹੈ ਵੀ ਸਿਮਰਨ ਵਾਹਿਗੁਰੂ ਕਹਿ ਲੈਣਾ ਸਿਮਰਨ ਹੈ, ਦੂਸਰਾ ਕਹਿੰਦਾ ਨਹੀਂ ਪਾਠ ਕਰਨਾ ਸਿਮਰਨ ਹੈ, ਤੀਜਾ ਹੋਰ ਦਲੀਲ ਦਿੰਦਾ ਹੈ। ਇਸ ਤਰ੍ਹਾਂ ਵੱਖਰੀਆਂ ਵੱਖਰੀਆਂ ਦਲੀਲਾਂ ਸਿਮਰਨ ਬਾਰੇ ਦਿੱਤੀਆਂ ਜਾਂਦੀਆਂ ਹਨ। ਸਿਮਰਨ ਦੇ ਜਿਹੜੇ ਅੱਖਰੀ ਅਰਥ ਹਨ ਉਹ ਹੈ ਯਾਦ, ਚਿੰਤਨ, ਚੇਤਾ। ਤੇ ਵਾਹਿਗੁਰੂ ਦਾ, ਪਰਮੇਸ਼ਰ ਦਾ ਸਿਮਰਨ ਉਹਦੇ ਗੁਣਾਂ ਨੂੰ ਮਨ ਵਿੱਚ ਵਸਾ ਕੇ ਬਾਰ-ਬਾਰ ਉਹਦੀ ਯਾਦ, ਉਹਦਾ ਨਾਮ ਸਿਮਰਨ ਹੈ। ਤੋ ਗੁਣ ਮਨ ਵਿੱਚ ਵਸਾ ਕੇ ਲਫ਼ਜ਼ ਹੈ, ਵਾਹਿਗੁਰੂ ਦੇ ਗੁਣਾਂ ਨੂੰ ਮਨ ਵਿੱਚ ਵਸਾ ਕੇ ਉਹਨਾਂ ਗੁਣਾਂ ਦੀ ਵਾਰ-ਵਾਰ ਯਾਦ ਜਿਹੜੀ ਹੈ ਉਹ ਸਿਮਰਨ ਹੈ। ਭਾਈ ਵੀਰ ਸਿੰਘ ਜੀ ਨੇ ਵੀ ਬਹੁਤ ਪਿਆਰੇ ਸ਼ਬਦ ਲਿਖੇ ਹਨ ਇਹਦੇ ਬਾਰੇ 'ਚ। ਕਹਿੰਦੇ ਸਾਈਂ ਸੂਰਜ ਹੈ, ਨਾਮ ਉਸ ਸੂਰਜ ਦੀ ਧੁੱਪ ਹੈ, ਉਸ ਦਾ ਪ੍ਰਕਾਸ਼, ਉਸ ਦੀ ਰੋਸ਼ਨੀ ਉਹ ਸਾਰਿਆਂ ਨੂੰ ਨੂਰੋ ਨੂਰ ਕਰ ਦਿੰਦੀ ਹੈ। ਉਹ ਸਾਥੋਂ ਦੂਰ ਨਹੀਂ, ਨੇੜੇ ਹੈ। ਗਲਤਫਹਿਮੀ, ਵੱਡਾ ਭੁਲੇਖਾ ਵੀ ਵਾਹਿਗੁਰੂ ਦੂਰ ਹੈ, ਇਹ ਸਾਡੇ ਅੰਦਰ ਭੁਲੇਖਾ ਹੈ। ਜਿਵੇਂ ਸੂਰਜ ਦੂਰ ਹੈ ਪਰ ਧੁੱਪ ਨੇੜੇ ਹੈ। ਉਹ ਸੂਰਜ ਦਾ ਨਾਮ, ਧੁੱਪ ਉਹਦਾ ਇੱਕੋ ਚੀਜ਼ ਹੈ, ਉਹਦਾ ਹਿੱਸਾ ਹੈ। ਸਭ ਤੋਂ ਵੱਡਾ ਕਰਮ ਯਾਦ ਹੈ। ਮਨੁੱਖ ਦੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਕਰਮ ਯਾਦ ਹੈ। ਪਿਆਰ ਨਾਲ, ਪਿਆਰ ਭਰੀ ਯਾਦ ਨਾਲ ਹਰ ਵੇਲੇ, ਹਰ ਸਮੇਂ ਆਪਣੇ ਪਿਤਾ ਪਰਮੇਸ਼ਰ ਦੀ ਨਾਲ ਲੱਗੇ ਰਹਿਣਾ, ਪਿਤਾ ਪਰਮੇਸ਼ਰ ਨੂੰ ਆਪਣੇ ਹਜ਼ੂਰ ਸਮਝਣਾ। ਜਿਸ ਤਰ੍ਹਾਂ ਬੱਚਾ ਮਾਂ ਦੀ ਗੋਦ ਵਿੱਚ ਬੈਠਾ ਰਹਿੰਦਾ ਹੈ, ਇਸੇ ਤਰ੍ਹਾਂ ਪਰਮ ਗੋਦ ਵਿੱਚ ਪਏ ਰਹਿਣਾ, ਉਸ ਪਿਆਰੇ ਦੀ ਗੋਦ ਦਾ ਨਿੱਘ ਮਾਰਨਾ, ਇਹ ਸਿਮਰਨ ਹੈ, ਇਹ ਯਾਦ ਹੈ। ਜਗਤ ਦੇ ਕੰਮ ਕਰਨੇ ਹਨ ਪਰ ਗੋਦ ਵਿੱਚੋਂ ਨਿਕਲ ਕੇ ਨਹੀਂ, ਉਸ ਪ੍ਰੀਤਮ ਦੀ, ਉਸ ਪਿਆਰੇ ਦੀ ਗੋਦ ਵਿੱਚ ਬੈਠ ਕੇ। ਗੁਰਮਤਿ ਦਾ ਮਾਰਗ ਕੰਮ ਛੱਡਣ ਦਾ ਨਹੀਂ ਹੈ। ਗੁਰਮਤਿ ਦਾ ਮਾਰਗ ਉਸ ਪਿਆਰੇ ਦੀ ਗੋਦ ਵਿੱਚ, ਉਹਦੀ ਯਾਦ ਵਿੱਚ, ਗੋਦ ਦਾ ਅਰਥ ਯਾਦ ਹੈ, ਉਹਦੀ ਯਾਦ ਵਿੱਚ ਰਹਿ ਕੇ ਕਰਨੇ ਹਨ। ਅਸੀਂ ਮਨ ਦਾ ਝੁਕਾਓ ਹਮੇਸ਼ਾ ਹੀ ਆਪਣੇ ਉਸ ਵਾਹਿਗੁਰੂ ਵੱਲ, ਪਰਮੇਸ਼ਰ ਵੱਲ, ਜਿਹਦੇ ਵੱਖਰੇ ਵੱਖਰੇ ਨਾਮ ਹਨ, ਜਿਹਨੂੰ ਅਸੀਂ ਕਿਰਤਮ ਨਾਮ ਕਹਿੰਦੇ ਹਾਂ, ਉਹਦੇ ਕੰਮਾਂ ਵੱਲ ਦੇਖ ਕੇ ਜੋ ਅਸੀਂ ਨਾਮ ਰੱਖੇ ਹੋਏ ਹਨ। ਮਨ ਦਾ ਝੁਕਾਓ ਉਸ ਪਾਰਬ੍ਰਹਮ ਵੱਲ, ਪਰਮੇਸ਼ਰ ਵੱਲ ਬਣਿਆ ਰਹੇ। ਕੰਮ ਕਾਜਾਂ ਨਾਲ ਸਾਡਾ ਬਾਰ-ਬਾਰ ਧਿਆਨ ਟੁੱਟਦਾ ਹੈ, ਪਰ ਜਿਸ ਅੰਦਰ ਪਿਆਰੇ ਦੀ ਭੁੱਖ ਹੈ, ਉਹਦਾ ਰੁਖ ਹਮੇਸ਼ਾ ਹੀ ਉਸ ਪਿਆਰੇ ਵੱਲ ਹੁੰਦਾ ਹੈ। ਯਾਦ ਕਦੋਂ ਕਰਦੇ ਹਾਂ ਅਸੀਂ? ਜਦੋਂ ਸਾਨੂੰ ਮਹਿਸੂਸ ਹੋ ਜਾਏ ਕਿ ਕੋਈ ਸਾਡੇ ਤੋਂ ਦੂਰ ਹੈ, ਸਾਡੇ ਤੋਂ ਵਿਛੜਿਆ ਹੋਇਆ ਹੈ। ਜਦੋਂ ਵਿਛੋੜੇ ਦਾ ਅਹਿਸਾਸ ਨਾ ਰਵੇ, ਯਾਦ ਕਰਨ ਦੀ ਲੋੜ ਖਤਮ ਹੋ ਜਾਂਦੀ ਹੈ। ਇਹ ਸਾਰੀਆਂ ਗੱਲਾਂ ਸਾਨੂੰ ਇਹ ਗੱਲ ਦੱਸਦੀਆਂ ਨੇ ਕਿ ਜਿਸ ਨੂੰ ਅਸੀਂ ਯਾਦ ਕਰਦੇ ਹਾਂ ਜਾਂ ਜਿਸ ਨੂੰ ਅਸੀਂ ਯਾਦ ਕਰਨਾ ਹੈ, ਉਹ ਸਾਡੇ ਤੋਂ ਦੂਰ ਹੈ, ਲੇਕਿਨ ਅਸੀਂ ਉਹਦੀ ਨੇੜਤਾ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇੱਕ ਤੜਫ ਅੰਦਰ ਹੋਣੀ ਚਾਹੀਦੀ ਹੈ ਉਹਦੀ ਨੇੜਤਾ ਪ੍ਰਾਪਤ ਕਰਨ ਦੀ। ਤਾਂ ਉਸ ਵਾਹਿਗੁਰੂ ਦੀ ਵਾਰ-ਵਾਰ ਯਾਦ ਇਸ ਗੱਲ ਦਾ ਅਹਿਸਾਸ ਹੈ ਕਿ ਅਸੀਂ ਵਾਹਿਗੁਰੂ ਤੋਂ ਵਿਛੜੇ ਹੋਏ ਹਾਂ। ਸਾਡੇ ਵਿਚਾਲੇ ਕੋਈ ਪਰਦਾ ਹੈ, ਸਾਡੇ ਵਿਚਾਲੇ ਕੋਈ, ਉਹਦੇ ਵਿੱਚ ਕੋਈ ਕੰਧ ਬਣ ਗਈ ਹੈ। ਉਸ ਦੀ ਨੇੜਤਾ, ਉਸ ਵਾਹਿਗੁਰੂ ਨੂੰ ਹਰ ਥਾਂ ਮੌਜੂਦ ਸਮਝਣਾ, ਉਸ ਦੀ ਨੇੜਤਾ ਨੂੰ ਹਾਸਲ ਕਰਨਾ, ਇਹ
ਇਹਨੂੰ ਅਸੀਂ ਸਿਮਰਨ ਕਹਿੰਦੇ ਆ, ਇਹਨੂੰ ਯਾਦ ਕਹਿੰਦੇ ਆ, ਚਿੰਤਨ ਕਹਿੰਦੇ ਆ। ਹੁਣ ਸਿਮਰਨ ਮਨ ਦਾ ਜਾਂ ਸਿਮਰਨ ਮੂੰਹ ਦਾ ਵਿਸ਼ਾ, ਮੇਰੀ ਬੇਨਤੀ ਹੈ ਕਿ ਕੋਈ ਗੱਲ ਵੀ ਅਸੀਂ ਜਦੋਂ ਕਰਨੀ ਹੈ, ਪਹਿਲਾਂ ਸਾਨੂੰ ਜਾਂ ਬੋਲੀ ਜਾਂਦੀ ਹੈ ਜਾਂ ਸੁਣੀ ਜਾਂਦੀ ਹੈ ਜਾਂ ਵੇਖੀ ਜਾਂਦੀ ਹੈ। ਇਕੱਲਾ ਮਨ ਅਹਿਸਾਸ ਕਰਕੇ ਕੋਈ ਕੰਮ ਨਹੀਂ ਕਰ ਸਕਦਾ। ਕਿਸੇ ਬੱਚੇ ਨੂੰ ਤੁਸੀਂ ਜਨਮ ਤੋਂ ਬਾਅਦ ਬਾਹਰ ਨਾ ਕੱਢੋ, ਉਹਦੇ ਸਾਹਮਣੇ ਕੋਈ ਗੱਲਬਾਤ ਨਾ ਕਰੋ, ਉਹ ਨਾ ਬੁਲਾਓ ਤਾਂ ਬੋਲਣਾ ਨਹੀਂ ਸਿੱਖਦਾ, ਉਹ ਸੁਣਨਾ ਵੀ ਨਹੀਂ ਸਿੱਖਦਾ, ਕਿਉਂਕਿ ਉਹਨੂੰ ਪਤਾ ਨਹੀਂ, ਅਹਿਸਾਸ ਨਹੀਂ ਹੈ। ਇਸੇ ਤਰ੍ਹਾਂ ਹੀ ਇਹ ਜਿਹੜੀ ਪਿਆਰੇ ਦੀ ਯਾਦ ਸੁਣਨ ਨਾਲ, ਦੇਖੋ ਸੁਣਨਾ, ਇਹਦੇ ਸਿਮਰਨ ਦੇ ਵੱਖਰੇ ਵੱਖਰੇ ਹਿੱਸੇ ਹਨ। ਉਦਮੀ ਤੇ ਸਾਵਧਾਨ ਹੋਣਾ, ਸੁਣਨਾ, ਵਿਚਾਰਨਾ, ਅੱਗੇ ਇਹਦੇ ਹਿੱਸੇ ਤੁਰੇ ਜਾਂਦੇ ਹਨ। ਤਾਂ ਪਹਿਲੀ ਗੱਲ ਸਾਡੀ ਸੁਣਨ ਤੋਂ ਜਾਂ ਕੰਨਾਂ ਨਾਲ ਸੁਣਨ ਤੋਂ, ਮੂੰਹ ਤੋਂ ਬੋਲਣ ਤੋਂ, ਅੱਖਾਂ ਨਾਲ ਵੇਖਣ ਤੋਂ ਸ਼ੁਰੂ ਹੁੰਦੀ ਹੈ। ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹਾਂ ਤਾਂ ਬਾਰ-ਬਾਰ ਅਸੀਂ, ਮੈਨੂੰ ਯਾਦ ਆ ਗਿਆ, ਛੋਟੇ ਹੁੰਦੇ ਅਸੀਂ ਸਕੂਲ ਵਿੱਚ ਪੜ੍ਹਦੇ ਸੀ, ਸਾਨੂੰ ਆ ਟੇਬਲ ਜਿਹਨੂੰ ਅੱਜ ਕਹਿੰਦੇ, ਅੱਜ ਉਹ ਪਹਾੜੇ ਕਹਿੰਦੇ ਸਨ, ਉਹ ਕਰਾਏ ਜਾਂਦੇ ਸੀ। ਉਦੋਂ ਦੇ ਪੜ੍ਹੇ ਹੋਏ ਪਹਾੜੇ ਬਾਰ-ਬਾਰ ਦੁਹਰਾਏ ਹੋਏ, ਰੋਜ਼ ਸ਼ਾਮ ਨੂੰ ਜਦੋਂ ਛੁੱਟੀ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਸਾਨੂੰ ਲਾਈਨਾਂ 'ਚ ਖੜੇ ਹੋ ਕੇ ਇਹ ਪਹਾੜੇ ਪੜ੍ਹਾਏ ਜਾਂਦੇ ਸੀ। ਪਰ ਉਦੋਂ ਦੇ ਪੜ੍ਹੇ ਹੋਏ ਪਹਾੜੇ ਜੋ ਅਸੀਂ 7, 8, 10 ਸਾਲ ਦੀ ਉਮਰ 'ਚ ਪੜ੍ਹੇ ਹੋਣਗੇ, ਅੱਜ ਵੀ ਸਾਡੇ ਚਿੰਤਨ ਦਾ ਹਿੱਸਾ ਬਣ ਚੁੱਕੇ ਹਨ। ਕਿਉਂ ਬਣੇ? ਬਾਰ-ਬਾਰ ਯਾਦ ਕਰਕੇ, ਬਾਰ-ਬਾਰ ਬੋਲ ਕੇ, ਬਾਰ-ਬਾਰ ਕਹਿ ਕੇ। ਅੱਜ ਕੈਲਕੂਲੇਟਰ ਦੀ ਲੋੜ ਨਹੀਂ ਹੈ। 16 × 16, 16 × 60, 256, 256, 12 × 144, 13 × 169। ਕਿਉਂ? ਕਿਉਂਕਿ ਉਹ ਸਾਡੀ ਯਾਦ ਦਾ ਇੱਕ ਹਿੱਸਾ ਬਣ ਗਏ, ਜਿਹਨੂੰ ਅਸੀਂ ਬਾਰ-ਬਾਰ ਕਿਹਾ। ਸਿਮਰਨ ਚਿੰਤਨ ਦਾ ਇੱਕ ਹਿੱਸਾ ਹੈ, ਅੰਦਰ ਦਾ ਹਿੱਸਾ ਹੈ, ਪਰ ਹਿੱਸਾ ਇੱਕ ਵਾਰ ਬੋਲਣ ਨਾਲ ਜਾਂ ਕਹਿਣ ਨਾਲ ਜਾਂ ਪੜ੍ਹਨ ਨਾਲ ਨਹੀਂ ਬਣਦਾ। ਸਾਡੇ ਅੰਦਰ ਉਹਦੀ ਪਰਮਾਤਮਾ ਨਾਲੋਂ ਵਿੱਥ ਪਈ ਹੋਈ ਹੈ, ਤੇ ਇਹ ਵਿੱਥ ਮਿਟਾਉਣ ਲਈ ਬਾਰ-ਬਾਰ ਉਹਨੂੰ ਯਾਦ ਕਰਨਾ ਪਏਗਾ। ਉਹਦਾ ਢੰਗ ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਵਿਚਾਰਨਾ, ਸ਼ਬਦ ਨੂੰ ਪੜ੍ਹਨਾ, ਸ਼ਬਦ ਦੀ ਵਿਚਾਰ ਕਰਨੀ, ਸਹਿਜ ਪਾਠ ਕਰ ਲੈਣਾ, ਕਈ ਢੰਗ ਅਲੱਗ ਹਨ, ਹੈ ਸਭ ਉਹਦੀ ਯਾਦ। ਪਰ ਕੇਵਲ ਪੜ੍ਹ ਲੈਣਾ ਜਾਂ ਕੇਵਲ ਸੁਣ ਲੈਣਾ ਇੱਥੋਂ ਤੱਕ ਸੀਮਤ ਨਹੀਂ ਹੈ। ਅੱਗੇ ਅਮਲੀ ਜੀਵਨ ਸ਼ੁਰੂ ਹੁੰਦਾ ਹੈ, ਪ੍ਰੈਕਟੀਕਲ ਸ਼ੁਰੂ ਹੁੰਦਾ। ਉਹਨੂੰ ਮਨ ਦੇ ਵਿੱਚ ਕਹਿੰਦੇ ਆ, ਉਹਨੂੰ ਅਸੀਂ ਕਹਿੰਦੇ ਮਨਮੈ ਸਿਮਰਨ। ਮਨਮੈ ਸਿਮਰਨ ਕੀ ਹੈ? ਵਾਹਿਗੁਰੂ ਦੇ ਗੁਣ ਜੋ ਅਸੀਂ ਪੜ੍ਹੇ ਹਨ, ਜੋ ਸੁਣੇ ਹਨ, ਉਹਦੇ ਅਨੁਸਾਰ ਤੁਹਾਡਾ ਪ੍ਰੈਕਟੀਕਲ ਜੀਵਨ ਬਣ ਜਾਣਾ, ਜੋ ਰੋਜ਼ਾਨਾ ਦੀ ਜ਼ਿੰਦਗੀ ਸਾਡੀ ਉਸ ਕਰਮ ਅਨੁਸਾਰ ਬਣ ਜਾਣੀ। ਜੇ ਮਨਮੈ ਸਿਮਰਨ ਇਹੋ ਹੀ ਹੈ, ਮਨ ਚਿੰਤਨ ਦੇ ਵਿੱਚ ਵਸਣ ਦਾ ਹੋਰ ਕੋਈ ਮਤਲਬ ਨਹੀਂ ਹੈ। ਵਾਹਿਗੁਰੂ ਦੇ ਗੁਣਾਂ ਦੇ, ਜਿਹੜੇ ਗੁਣ ਵਾਹਿਗੁਰੂ ਦੇ ਹਨ, ਪਰਮੇਸ਼ਰ ਦੇ ਗੁਣ ਹਨ, ਉਸ ਕਰਤੇ ਦੇ ਗੁਣ ਹਨ, ਉਹਨਾਂ ਗੁਣਾਂ ਮੁਤਾਬਕ ਸਾਡੀ ਜ਼ਿੰਦਗੀ ਚੇਂਜ ਆ ਜਾਣੀ, ਬਦਲ ਜਾਣੀ। ਸਿਮਰਨ ਇਹ ਹੈ। ਜਾਂ ਇੱਕੋ ਅਸੀਂ ਬਾਰ-ਬਾਰ, ਭਾਵੇਂ ਸਾਰੀ ਜ਼ਿੰਦਗੀ 'ਚ ਅਸੀਂ 100 ਵਾਰ ਵੀ ਪਾਠ ਕਰ ਲਈਏ, 100 ਅਖੰਡ ਪਾਠ ਵੀ ਕਰ ਲਈਏ, 100 ਸਹਿਜ ਪਾਠ ਵੀ ਕਰ ਲਈਏ, ਜੇ ਸਾਡੀ ਜੀਵਨ ਵਿੱਚ ਚੇਂਜ ਨਹੀਂ ਹੈ, ਖੜੋਤ ਹੈ, ਤੇ ਖੜੇ ਹੋਏ ਪਾਣੀ ਵਿੱਚ ਹਮੇਸ਼ਾ ਫਿਰ ਕਿਰਮ ਪੈਦਾ ਹੋ ਜਾਂਦੇ ਹਨ। ਉਹ ਪਾਣੀ ਫਿਰ ਸੁਗੰਧੀ ਨਹੀਂ ਦਿੰਦਾ, ਦੁਰਗੰਧ ਦਿੰਦਾ ਹੈ, ਖੜਾ ਹੋਇਆ ਪਾਣੀ ਵੀ। ਤਾਂ ਖੜੋਤ ਦੂਰ ਕਰਨ ਲਈ ਬਾਰ-ਬਾਰ ਉਹਦੀ ਯਾਦ ਹੈ। ਦੇਖੋ, ਅੰਬ ਦਾ ਸੀਜ਼ਨ ਹੁੰਦਾ ਸੀ। ਅੰਬ ਜਦੋਂ ਅਸੀਂ ਚੂਪਦੇ ਸੀ, ਕਦੀ ਵੀ ਇਨਸਾਨ ਆਪਣੇ ਮੂੰਹ 'ਚੋਂ ਕੱਢ ਕੇ ਦੁਬਾਰਾ ਉਹ ਚੀਜ਼ ਮੂੰਹ 'ਚ ਨਹੀਂ ਪਾਉਂਦਾ। ਪਰ ਮੈਨੂੰ ਯਾਦ ਹੈ, ਅਸੀਂ ਅੰਬ ਜਦੋਂ ਚੂਪਣਾ, ਜਦ ਤੱਕ ਗਿਟਕ ਉਹ ਚਿੱਟੀ ਨਹੀਂ ਹੋ ਜਾਣੀ ਪੀਲੀ ਤੋਂ, ਬਾਰ-ਬਾਰ ਉਦੋਂ ਅਸੀਂ ਮੂੰਹ 'ਚ ਪਾਉਂਦੇ ਸਾਂ, ਕੱਢ ਲੈਂਦੇ ਸੀ। ਕਿਉਂ? ਉਸ ਅੰਬ ਦੇ ਰਸਤੇ ਦਾ ਪੂਰਾ ਰਸ ਲੈਣ ਲਈ, ਉਸ ਅੰਬ ਦਾ ਅਸੀਂ ਬਾਰ-ਬਾਰ ਉਹਨੂੰ ਅਸੀਂ ਇਸ ਤਰ੍ਹਾਂ ਕਰਦੇ ਸੀ। ਤਾਂ ਇਹੀ ਗੱਲ ਇਹ ਹੈ ਕਿ ਵਾਹਿਗੁਰੂ ਦੀ ਯਾਦ ਨੂੰ ਆਪਣੇ ਅੰਦਰ ਦਾ ਹਿੱਸਾ ਬਣਾਉਣ ਲਈ ਸਾਨੂੰ ਬਾਰ-ਬਾਰ ਗੁਰੂ ਦੇ ਗੁਣ, ਗੁਰੂ ਦੀ ਵਡਿਆਈ, ਗੁਰੂ ਦੀ ਗੱਲ ਕਰਨੀ ਪਵੇਗੀ। ਅਦਰਵਾਈਜ਼ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਵਾਹਿਗੁਰੂ ਨਾਲ ਮਿਲਾਪ ਕਰ ਲਿਆ। ਤਾਂ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਪਰਮੇਸ਼ਰ ਦੇ ਨਾਲ ਸਾਨੂੰ ਹਮੇਸ਼ਾ ਜੁੜ ਕੇ, ਉਹਦੇ ਅੰਦਰ ਜੁੜਨਾ ਕਦੋਂ ਹੈ? ਪਹਿਲਾਂ ਪੜ੍ਹਨਾ ਪੈਂਦਾ ਹੈ, ਵਿਚਾਰਨਾ ਪੈਂਦਾ, ਸੁਣਨਾ ਪੈਂਦਾ ਹੈ। ਕਿਉਂ ਸਿਮਰਨ ਕਰਦੇ ਹਾਂ ਅਸੀਂ? ਪਹਿਲੀ ਗੱਲ ਵੀ ਅਸੀਂ ਪਰਮਾਤਮਾ ਦੀ ਅੰਸ਼ ਹਾਂ। ਦੂਜਾ, ਸਾਡਾ ਪਰਮਾਤਮਾ ਤੋਂ ਵਿਛੋੜਾ ਹੋਇਆ। ਤੀਜਾ, ਸਾਡੇ ਮਨ ਦੀ ਰੁਚੀ ਮਾਇਆ ਵੱਲੋਂ ਹਟ ਜਾਵੇ, ਟੁੱਟੀ ਹੋਈ ਲਿਵ ਫਿਰ ਵਾਹਿਗੁਰੂ ਨਾਲ ਜੁੜ ਜਾਏ।
ਵਾਹਿਗੁਰੂ ਨਾਲੋਂ ਵਿਛੋੜਾ ਦੂਰ ਹੋ ਜਾਏ, ਉਸ ਨਾਲ ਸਾਡਾ ਮਿਲਾਪ ਹੋ ਜਾਏ, ਸਾਡਾ ਅੰਦਰ ਸ਼ਕਤੀਸ਼ਾਲੀ ਤੇ ਮਜ਼ਬੂਤ ਬਲਵਾਨ ਹੋ ਜਾਏ, ਵਾਹਿਗੁਰੂ ਦੇ ਸਦਾ ਸਹਾਈ ਹੋਣ ਦਾ ਨਿਸ਼ਚਾ ਸਾਡੇ ਅੰਦਰ ਆਵੇ। ਇਹਦੇ ਲਈ ਸਿਮਰਨ ਦੀਆਂ ਲੋੜਾਂ ਫਿਰ ਹਨ: ਉਦਮੀ ਤੇ ਸਾਵਧਾਨ ਹੋਣਾ, ਡਿਸਪਲਿਨ ਵਿੱਚ ਰਹਿਣਾ, ਸ਼ਬਦ ਰੂਪੀ ਦੀਵੇ ਦਾ ਆਨੰਦ ਮਾਣਨਾ, ਵਿਸ਼ਵਾਸ ਰੱਖਣਾ, ਨਿਸ਼ਚਾ ਰੱਖਣਾ, ਵਾਹਿਗੁਰੂ ਦੇ ਭੈ ਵਿੱਚ ਰਹਿਣਾ। ਇਹਦੇ ਢੰਗ ਹਨ: ਉਚਾਰਨਾ ਜਾਂ ਸੁਣਨਾ, ਧਿਆਨ, ਵਿਚਾਰ, ਗਿਆਨ, ਵਿਸਮਾਦ, ਪਿਆਰ ਤੇ ਲਿਵ, ਤੇ ਸਭ ਤੋਂ ਆਖਰੀ ਚੀਜ਼ ਹੈ ਵਾਹਿਗੁਰੂ ਦੀ ਨਦਰ ਕਰਮ ਬਖਸ਼ਿਸ਼। ਉਹਦੇ ਲਈ ਅਰਦਾਸ, ਉਹਦੇ ਅੱਗੇ ਪਿਆਰ ਕਰਨਾ, ਉਸ ਵਾਹਿਗੁਰੂ ਦੀ ਯਾਦ ਵਿੱਚ ਹਮੇਸ਼ਾ ਜੁੜਨਾ। ਤਾਂ ਅਸਲ ਵਿੱਚ ਇਹ ਉਹਦੀ ਯਾਦ ਹੈ, ਸਿਮਰਨ ਹੈ। ਅਸੀਂ ਇਹ ਕਹਿ ਲਈਏ ਕਿ ਸਿਮਰਨ ਇੱਕ ਪ੍ਰੈਕਟੀਕਲ ਚੀਜ਼ ਹੈ, ਥਿਓਰੈਟੀਕਲੀ ਕੇਵਲ ਕਹੀ ਜਾਣਾ ਜਾਂ ਕੋਈ ਜਾਣਾ ਇਹ ਸਿਮਰਨ ਨਹੀਂ ਹੈ। ਅਸੀਂ ਇਹ ਵੀ ਕਈ ਵੀ ਕਿਸੇ ਖਾਸ ਸ਼ਬਦ ਦਾ ਸਿਮਰਨ ਕਿਉਂ ਕਰਦੇ ਹਾਂ, ਕਈ ਵਾਰੀ ਵੀ ਦਲੀਲਾਂ ਆ ਜਾਂਦੀਆਂ ਨੇ। ਮੇਰੀ ਬੇਨਤੀ, ਯਾਦ ਦੇ ਢੰਗ ਹਨ, ਹਰ ਮਨੁੱਖ ਦੀ ਆਪੋ ਆਪਣੀ ਯਾਦ ਹੈ, ਉਹਦਾ ਤਰੀਕਾ ਹੈ, ਉਹ ਆਪਣੇ ਪਰ ਅਸਲ ਕਰਮ ਹੈ ਵੀ ਉਹ ਸਾਡੇ ਪ੍ਰੈਕਟੀਕਲ ਜੀਵਨ ਵਿੱਚ ਉਹਦੀ ਖੁਸ਼ਬੂ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਜੀਤ ਸਿੰਘ ਜੀ ਨੇ ਬਹੁਤ ਸਾਰੇ ਨੁਕਤੇ ਥੋੜੇ ਜਿਹੇ ਸਮੇਂ ਸਾਨੂੰ ਦੱਸੇ ਨੇ ਸਾਧ ਸੰਗਤ ਜੀ, ਬੜੇ ਗੌਰ ਤਲਬ ਨੇ। ਕੁਝ ਗੱਲਾਂ ਜਿਵੇਂ ਪਰਮ ਗੋਦ ਦੀ ਥਾਂ ਤੇ ਪਰਮ ਗੋਦ, ਕਿ ਵਾਹਿਗੁਰੂ ਦੀ ਪਰਮ ਗੋਦ ਹੈ। ਜਿਵੇਂ ਬੱਚਾ ਮਾਂ ਪਿਓ ਦੀ ਗੋਦ ਵਿੱਚ ਆਨੰਦ ਮਾਣਦਾ, ਜਿਸ ਵੇਲੇ ਅਸੀਂ ਵਾਹਿਗੁਰੂ ਜੀ ਨਾਲ ਜੁੜਦੇ ਹਾਂ। ਸੋ ਗੱਲ ਅਖੀਰ ਇਹੀ ਹੈ ਕਿ ਜਿਹੜੀ ਵੀਰ ਜੀ ਨੇ ਕਹੀ ਕਿ ਵਿੱਥ ਮਟਾਉਣੀ ਹੈ, ਗੱਲ ਤੇ ਹੈ ਕਿ ਸਾਡੀ ਵਿੱਥ ਪਈ ਹੈ ਵਾਹਿਗੁਰੂ ਤੋਂ। ਉਹਦੇ ਕਈ ਕਾਰਨ ਨੇ, ਜਿਹੜੇ ਕਿ ਅਣਗਿਣਤ ਕਾਰਨ ਵੀ ਅਣਗਿਣਤ ਨੇ, ਕਿ ਕਦੀ ਕਿਸੇ ਕਾਰਨ ਕਰਕੇ, ਕਦੀ ਕਿਸੇ ਕਾਰਨ ਕਰਕੇ ਵਾਹਿਗੁਰੂ ਤੋਂ ਸਾਡੀ ਵਿੱਥ ਪਈ ਰਹਿੰਦੀ ਹੈ, ਜਿਸ ਕਰਕੇ ਅਸੀਂ ਦੁਖੀ। ਸਾਨੂੰ ਆਪਣੇ ਪਿਤਾ ਵਾਹਿਗੁਰੂ, ਮਾਤਾ ਵਾਹਿਗੁਰੂ ਦੀ ਗੋਦ ਚਾਹੀਦੀ ਹੈ, ਉਹਦੀ ਯਾਦ ਨਾਲ ਜੁੜਨਾ ਹੈ। ਜੁੜਨ ਦੇ ਤਰੀਕੇ ਵੀ ਅਨੇਕਾਂ ਨੇ। ਸਿਮਰਨ ਜਿਹੜਾ, ਜਿਸ ਤਰ੍ਹਾਂ ਵਾਹਿਗੁਰੂ ਬੇਅੰਤ ਹੈ, ਇਸੇ ਤਰ੍ਹਾਂ ਉਹਦਾ ਸਿਮਰਨ ਵੀ ਬੇਅੰਤ। ਕੋਈ ਆਖੇ ਕਿ ਮੈਂ ਦੱਸ ਸਕਦਾ ਇਹ ਸਿਮਰਨ ਹੈ, ਮੇਰੇ ਖਿਆਲ ਉਹ ਵੀ ਸ਼ਾਇਦ ਪੋਸੀਬਲ ਨਹੀਂ ਹੈ। ਤੋ ਇਸ ਕਰਕੇ ਜਿਤਨਾ ਸਾਨੂੰ ਪਤਾ ਲੱਗ ਸਕਦਾ ਹੈ, ਗੱਲ ਸਿਰੇ ਦੀ ਉਹਨਾਂ ਅਖੀਰ ਤੇ ਜਿਹੜੀ ਕਹੀ ਉਹ ਇਹੀ ਹੈ ਕਿ ਅਸੀਂ ਕਿਵੇਂ ਵਾਹਿਗੁਰੂ ਜੀ ਨਾਲ ਜੁੜ ਜਾਣਾ, ਤਾਂ ਜੇ ਸਾਡਾ ਜੀਵਨ ਜਿਹੜਾ ਪ੍ਰੈਕਟੀਕਲ ਜੀਵਨ ਜਿਹੜਾ ਹੈ ਉਹ ਨਿਰਮਲ ਜੀਵਨ ਬਣ ਜਾਏ। ਸੁਖਮਨੀ ਸਾਹਿਬ ਜੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੋ ਗੱਲ ਤੇ ਨਿਰਮਲ ਕਰਮ, ਤੋ ਨਿਰਮਲ ਕਰਮ ਕਰਨ ਜਿਹੜੇ ਉਹੀ ਯਾਦ ਹੈ। ਬਾਕੀ ਜੇ ਕੋਈ ਆਪਾਂ ਟੈਕਨੀਕ ਪਿੱਛੇ ਜਾਈਏ ਜਾਂ ਕਿਸੇ ਖਾਸ ਹੋਰ ਕਿਸੇ ਅੱਖਰਾਂ ਜਾਂ ਵਾਕਾਂ ਪਿੱਛੇ ਜਾਈਏ, ਤੇ ਉਹਦੇ 'ਚ ਮੈਂ ਨਹੀਂ ਕਹਿੰਦਾ ਵੀ ਗਲਤ ਨੇ ਜਾਂ ਠੀਕ ਨੇ, ਵੱਖੋ ਵੱਖਰੇ ਤਰੀਕੇ ਨੇ। ਦੇਖੋ, ਕਿਸੇ ਇੱਕ ਸਥਾਨ ਤੇ ਪਹੁੰਚਣ ਲਈ ਉਹਨੂੰ 4, 5, 6 ਰਸਤੇ ਜਾ ਸਕਦੇ ਨੇ। ਦੇਖਣਾ ਸਿਰਫ ਇਹ ਹੁੰਦਾ ਕਿ ਕਿਹੜਾ ਰਸਤਾ ਜਿਹੜਾ ਸੁਖੈਨ ਹੈ, ਆਸਾਨ ਹੈ। ਪਰ ਜੇ ਕਿਸੇ ਰਸਤੇ ਵੀ ਕੋਈ ਜਾਏਗਾ, ਭਾਵੇਂ ਉਹ ਤੰਗੀ ਕੱਟ ਕੇ ਜਾਏਗਾ, ਜੇ ਪਹੁੰਚ ਜਾਏਗਾ ਤਾਂ ਠੀਕ। ਜੇਕਰ ਅਸੀਂ ਵਾਹਿਗੁਰੂ ਨਾਲ ਇੱਕ ਹੋ ਜਾਈਏ ਤਾਂ ਬਿਲਕੁਲ ਠੀਕ ਹੈ। ਤੋ ਇਸ ਕਰਕੇ ਇਹ ਵਿਸ਼ਾ ਬੜਾ ਵਿਸ਼ਾਲ ਹੈ। ਤੋ ਸਾਹ ਹਰਜੀਤ ਸਿੰਘ ਜੀ ਨੇ ਸਾਨੂੰ ਥੋੜੇ ਜਿਹੇ ਸਮੇਂ 'ਚ ਕਾਫੀ ਗੱਲਾਂ ਜਿਹੜੀਆਂ ਦੱਸੀਆਂ ਨੇ, ਤੇ ਗਾਏ ਬਗਾਏ ਅੱਗੇ ਪਿੱਛੇ ਵੀ ਸਿਮਰਨ ਦੀ ਗੱਲ ਹੁੰਦੀ ਰਹਿੰਦੀ ਹੈ ਔਰ ਹੁੰਦੀ ਰਹੇਗੀ। ਤੋ ਸਤਸੰਗ ਦੀ ਬੇਨਤੀ ਹੈ ਕਿ ਜੋ ਵੀ ਆਪ ਜੀ ਦੇ ਇਨਪੁਟਸ ਆਉਣਗੇ, ਅਸੀਂ ਜ਼ਰੂਰ, ਹੁਣ ਵੀ ਗਰੁੱਪ ਚੈਟਸ ਹੈਗੇ ਨੇ, ਅਸੀਂ ਜ਼ਰੂਰ ਆਪਣੇ ਨੋਟਿਸ 'ਚ ਰੱਖਾਂਗੇ ਔਰ ਗਾਏ ਬਗਾਏ ਉਹਨਾਂ ਨੂੰ ਜ਼ਰੂਰ ਵਿਚਾਰਾਂਗੇ। ਧੰਨਵਾਦ ਵੀਰ ਹਰਜੀਤ ਸਿੰਘ ਜੀ, ਆਪ ਜੀ ਦਾ ਵੀ। ਔਰ ਸਤ ਸੰਗਤ ਜੀ, ਇਸੇ ਤਰ੍ਹਾਂ ਜਿਹੜੇ ਅਗਲੇ ਸਵਾਲ ਚੱਲਦੇ ਨੇ। ਇੱਕ ਸਵਾਲ ਸਾਡੇ ਕੋਲ ਵੀਰ ਅਵਤਾਰ ਸਿੰਘ ਜੀ ਜਿਹੜੇ ਨੇ, ਉਹਨਾਂ ਨੇ ਪਾਇਆ ਸੀਗਾ ਕਿ ਗੁਰਬਾਣੀ ਵਿੱਚ ਆਉਂਦਾ ਹੈ ਕਿ ਪੂਰਬ ਲਿਖਿਆ ਪਾਇਆ। ਇਸੇ ਤਰ੍ਹਾਂ ਹੋਰ ਤੁਕ ਹੈ ਜੀ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ, ਪੂਰਬ ਲਿਖੇ ਦੇ ਸਿਆਏ ਮਾਇਆ। ਤੋ ਇਸ ਤਰ੍ਹਾਂ ਦੀਆਂ ਅਨੇਕਾਂ ਤੁਕਾਂ ਮਿਲਦੀਆਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਜਿੱਥੇ ਪੂਰਬਲੇ ਸਮੇਂ ਦਾ ਜ਼ਿਕਰ ਹੈ। ਹੁਣ ਵੀਰ ਜੀ ਦਾ ਸਵਾਲ ਇਹ ਹੈ ਕਿ ਪੂਰਬਲੇ ਸਮੇਂ ਦਾ ਭਾਵ ਕਿ ਪਿਛਲੇ ਜਨਮ ਦਾ ਸਮਾਂ ਜਾਂ ਫਿਰ ਹੋਣ ਵਾਲਾ ਸਮਾਂ ਹੀ, ਜਿਵੇਂ ਕਿ ਭਲਕ ਜਿਹੜਾ ਕੱਲ ਲੰਘ ਗਿਆ ਉਹ ਵੀ ਤਾਂ ਪੂਰਬਲਾ ਬਣ ਜਾਂਦਾ, ਕਿ ਉਸ ਪੂਰਬਲੇ ਦੀ ਗੱਲ। ਤਾਂ ਬੇਨਤੀ ਕਰ ਰਿਹਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਆਪਣੇ ਵਿਚਾਰ ਦੱਸਣ ਜੀ, ਕਿ ਪੂਰਬ ਲਿਖਿਆ ਪਾਇਆ ਕੀ। ਵੀਰ ਸੁਰਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਵਾਲ ਵੀਰ ਜੀ ਵੱਲੋਂ ਕੀਤਾ ਗਿਆ, ਇਸ ਬਾਰੇ ਸਾਡੀਆਂ ਇਹਨਾਂ ਕਲਾਸਾਂ ਦੇ ਵਿੱਚ ਅਨੇਕਾਂ ਵਾਰ ਵਿਚਾਰ ਹੋ ਚੁੱਕਾ ਹੈ। ਕਰਮ ਸਿਧਾਂਤ ਜਾਂ ਕਰਮ ਸਿਧਾਂਤ ਪ੍ਰੇਮ ਸਿੰਘ ਜੀ, ਆਪਣੇ ਆਪ ਨੂੰ ਅਨਮਿਊਟ ਕਰ ਲਓ।
ਪ੍ਰਿੰਸੀਪਲ ਸਾਹਿਬ ਤੁਸੀਂ ਅਨਮਿਊਟ ਕਰ ਲਓ। ਪ੍ਰਿੰਸੀਪਲ ਸਾਹਿਬ ਜੀ ਤੁਸੀਂ ਅਨਮਿਊਟ ਕਰ ਲਓ ਆਪਣੇ ਆਪ ਨੂੰ। ਤੁਹਾਡੀ ਆਵਾਜ਼ ਨਹੀਂ ਆ ਰਹੀ ਪ੍ਰਿੰਸੀਪਲ ਸਾਹਿਬ। ਤਾਂ ਇਹ ਹਾਂਜੀ ਕਰੋ ਜੀ। ਹਾਂਜੀ, ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰਬਾਣੀ ਦੇ ਵਿੱਚ ਪੂਰਬਲੇ ਕਰਮਾਂ ਨੂੰ ਬੀਜ ਨਾਲ ਤਸ਼ਬੀਹ ਕੀਤਾ ਗਿਆ ਹੈ ਤੇ ਬੀਜ ਜਿਹੜਾ ਹੈ ਉਹ ਪਹਿਲਾਂ ਬੀਜਿਆ ਜਾਂਦਾ ਹੈ ਤੇ ਉਹਦਾ ਫਲ ਜਿਹੜਾ ਹੈ ਮਹੀਨਾ 2 ਮਹੀਨੇ 4 ਮਹੀਨੇ ਜਾਂ 6 ਮਹੀਨੇ ਬਾਅਦ ਉਸ ਬੀਜ ਦਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ। ਬਾਣੀ ਦੇ ਵਿੱਚ ਅਨੇਕਾਂ ਵਾਰ ਇਹ ਪੂਰਬਲੇ ਕਰਮ ਜਾਂ ਪੂਰਬਲੇ ਸਮੇਂ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਵਿੱਚ ਹੀ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾ, ਜਾਂ ਪੰਨਾ 78 ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਕਰਮ ਧਰਤੀ ਸਰੀਰ ਜਗ ਅੰਤਰ ਜੋ ਬੋਵੈ ਸੋ ਖਾਤ, ਜਿਹਾ ਬੀਜੈ ਸੋਲਣੇ ਕਰਮਾ ਸੰਦੜਾ ਖੇਤ। ਜਾਂ ਬੜਾ ਮਸ਼ਹੂਰ ਪ੍ਰਵਾਨ ਦੱਦੇ ਦੋਸ਼ ਨਾ ਦੇਵ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਣਾ। 888 ਪੰਨੇ ਤੇ ਵੀ ਗੁਰੂ ਅਰਜਨ ਪਾਤਸ਼ਾਹ ਨੇ ਪ੍ਰਮਾਣ ਕੀਤਾ ਦੋਸ਼ ਨਾ ਦੀਜੈ ਕਾਹੂ ਲੋਗ, ਜੋ ਕਮਾਵਨ ਸੋਈ ਭੋਗ ਆਪਨ ਕਰਮ ਆਪੇ ਹੀ ਬੰਧ ਆਵਣ ਜਾਣਾ ਮਾਇਆ ਧੰਦ। ਇਸੇ ਤਰ੍ਹਾਂ 1378 ਪੰਨੇ ਤੇ ਬਾਬਾ ਫਰੀਦ ਜੀ ਦੇ ਪਾਵਨ ਬਚਨ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। 1381 ਤੇ ਫਿਰ ਬਾਬਾ ਜੀ ਹੁਕਮ ਕਰਦੇ ਨੇ, ਫਰੀਦਾ ਜਿਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ। ਸੋ ਅਸੀਂ ਗੁਰਮਤਿ ਫਿਲਾਸਫੀ ਮੁਤਾਬਕ ਕਹਿ ਸਕਦੇ ਹਾਂ ਕਿ ਗੁਰਮਤਿ ਫਿਲਾਸਫੀ ਦਾ ਜੋ ਕਰਮ ਸਿਧਾਂਤ ਹੈ ਉਹ ਅਨਮਤੀਆਂ ਨਾਲੋਂ ਵੱਖਰਾ ਹੈ, ਕਿਉਂਕਿ ਅਨਮਤੀ ਧਰਮਾਂ ਦੇ ਵਿੱਚ ਅਨਮਤੀ ਕਰਮ ਸਿਧਾਂਤ ਨੂੰ ਗੁਰਮਤਿ ਵਿੱਚ ਮਾਨਤਾ ਨਹੀਂ ਦਿੱਤੀ, ਸਗੋਂ ਇੱਥੇ ਕਰਮ ਹੁਕਮ ਸਿਧਾਂਤ ਨੂੰ ਹੀ ਪ੍ਰਵਾਨ ਕੀਤਾ ਹੈ। ਇਸ ਦਾ ਅਰਥ ਹੈ ਕਿ ਕਰਮ ਮਨੁੱਖ ਕਰਦਾ ਹੈ ਪਰ ਉਸਦੇ ਫਲ ਬਾਰੇ ਕਲਮ ਪਰਮਾਤਮਾ ਦੀ ਚੱਲਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਰਾਗ ਸਾਰੰਗ ਵਿੱਚ 1241 ਪੰਨੇ ਤੇ ਹੁਕਮ ਕੀਤਾ, ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ। ਜਾਂ ਇਸੇ ਤਰ੍ਹਾਂ ਆਸਾ ਕੀ ਵਾਰ 466 ਪੰਨੇ ਤੇ ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੈ ਤਿਹਾ ਵੇਖ। ਇਤਿਆਦਿਕ ਅਨੇਕਾਂ ਪ੍ਰਮਾਣ ਜਿਹੜੇ ਨੇ ਸਾਨੂੰ ਇਸ ਗੱਲ ਦੇ ਲਈ ਸੁਚੇਤ ਕਰਦੇ ਨੇ ਕਿ ਜੋ ਅਸੀਂ ਆਪਣੇ ਜੀਵਨ ਦੇ ਵਿੱਚ ਅੱਜ ਅਸੀਂ ਕਰ ਰਹੇ ਹਾਂ ਇਹਦਾ ਫਲ ਸਾਨੂੰ ਭੁਗਤਣਾ ਪਏਗਾ। ਇਹ ਸਵਾਲ ਜਗਿਆਸੂਆਂ ਦੇ ਮਨਾਂ ਵਿੱਚ ਆਦਿ ਕਾਲ ਤੋਂ ਹੀ ਆਉਂਦੇ ਜਾ ਰਹੇ ਨੇ। ਇਹ ਕੇਵਲ ਅੱਜ ਹੀ ਨਹੀਂ ਸਵਾਲ ਹੋਏ, ਬਲਕਿ ਸਿੱਧ ਗੋਸ਼ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਸਿੱਧਾ ਨੇ ਵੀ ਪੁੱਛਿਆ ਸੀ, ਕਿਤ ਕਿਤ ਵਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁਖ ਵਿਨ ਸਜਾਈ। ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਸੀ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਏ ਵਿਸਰਿਐ ਮਰ ਜਾਈ। ਜਦੋਂ ਪੰਜਵੇਂ ਪਾਤਸ਼ਾਹ ਦਾ ਸਮਾਂ ਆਇਆ, ਸਿੱਖਾਂ ਨੇ ਗੁਰੂ ਅਰਜਨ ਪਾਤਸ਼ਾਹ ਤੇ ਸਵਾਲ ਕੀਤਾ, ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਪਹਿਲੇ ਜਾਮੇ 'ਚ ਕਹਿੰਦੇ ਨੇ ਕਿ ਪਹਿਲਾਂ ਆਤਮਾ ਤੇ ਪ੍ਰਮਾਤਮਾ ਇੱਕ ਸੀ, ਉਹ ਵਿਛੋੜੇ ਦਾ ਕਾਰਨ ਹਉਮੈ ਵਿੱਚ ਜਗ ਉਪਜੇ ਪੁਰਖਾ। ਤੇ ਸਾਡਾ ਇਹ ਸਵਾਲ ਹੈ, ਉਸ ਵੇਲੇ ਵੀ ਇਹ ਸਵਾਲ ਹੋਇਆ ਗੁਰੂ ਅਰਜਨ ਪਾਤਸ਼ਾਹ ਦੇ ਕੋਲ ਕਿ ਜਬ ਕਛ ਨਾ ਸੀ ਉਹ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ। ਉਸ ਵੇਲੇ ਕਿਹੜੇ ਕਰਮ ਕੀਤੇ ਸੀ ਕਿ ਆਤਮਾ ਤੇ ਪ੍ਰਮਾਤਮਾ ਇੱਕ ਮਿਕ ਸੀ, ਫਿਰ ਵੀ ਹਉਮੈ ਦੇ ਕਾਰਨ ਵਿਛੋੜਾ ਪੈ ਗਿਆ। ਤੇ ਹੁਣ ਸਵਾਲ ਕਰਦੇ ਸੀ ਕਿ ਜਬ ਕਛ ਨਾ ਸੀ ਉਹ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ। ਗੁਰੂ ਅਰਜਨ ਪਾਤਸ਼ਾਹ ਦਾ ਹੁਕਮ ਸੀ, ਆਪਣਾ ਖੇਲ ਆਪ ਕਰ ਦਿਖੈ ਠਾਕੁਰ ਰਚਨ ਰਚਾਇਆ। ਸੋ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਹੈ ਕਿ ਪੁਰਬਲੇ ਕਰਮ ਕਿਹੜੇ ਕਿਹੜੇ ਇਕੱਠੇ ਹੋ ਕੇ ਸਾਨੂੰ ਇਸ ਜਨਮ ਦੇ ਵਿੱਚ ਆ ਕੇ ਉਹਨਾਂ ਦਾ ਫਲ ਭੋਗਣਾ ਪੈਂਦਾ ਹੈ। ਪਰ ਜਿਹੜਾ ਸਵਾਲ ਵੀਰ ਜੀ ਨੇ ਕੀਤਾ ਹੈ, ਅਸੀਂ ਉਹਦੇ ਬਾਰੇ ਕਹਿ ਸਕਦੇ ਹਾਂ ਕਿ 1 ਸੈਕਿੰਡ ਪਹਿਲਾਂ, 1 ਮਿੰਟ ਪਹਿਲਾਂ, 1 ਘੰਟਾ ਪਹਿਲਾਂ ਜਾਂ 1 ਦਿਨ ਪਹਿਲਾਂ, ਜਾਂ ਇਸ ਦੇ ਮੁਤਾਬਕ ਚੱਲਦੇ ਚੱਲਦੇ ਜੋ ਕਰਮ ਅਸੀਂ ਕਰ ਲਿਆ ਹੈ, ਉਸ ਤੋਂ ਪਹਿਲਾਂ
ਇਸ ਜਨਮ ਵਿੱਚ ਵੀ ਅਤੇ ਪੂਰਬਲੇ ਜਨਮਾਂ ਦਾ ਸਮਾਂ ਅਰਬਦ ਨਰਬਦ ਧੁੰਦੂਕਾਰਾ ਤੱਕ ਇਹ ਲੜੀ ਪਹੁੰਚ ਜਾਂਦੀ ਹੈ। ਜਿਹੜੇ ਵੀ ਅਸੀਂ ਸਾਰੇ ਪੂਰਬਲੇ ਕਰਮ ਕਰਦੇ ਹਾਂ, ਉਹਨਾਂ ਕਰਮਾਂ ਦਾ ਫਲ ਸਾਨੂੰ ਮਿਲਦਾ ਹੈ ਤੇ ਹੁਣ ਦੇ ਕੀਤੇ ਹੋਏ ਕਰਮ ਵੀ ਪੂਰਬਲੇ ਕਰਮਾਂ ਦੇ ਨਾਲ ਜਾ ਕੇ ਮਿਲ ਜਾਂਦੇ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੀ ਇੱਕ ਗੱਲ ਹੋਰ ਸਾਨੂੰ ਸਮਝਾਈ ਹੈ ਕਿ ਹੁਣ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਇਸ ਜਨਮ ਦੇ ਵਿੱਚ, ਕਿਉਂਕਿ ਸੰਸਾਰ ਦੇ ਲੋਕ ਬੀਤ ਚੁੱਕੇ ਦਾ ਬਹੁਤ ਝੋਰਾ ਕਰਦੇ ਨੇ ਜਾਂ ਪਛਤਾਵਾ ਕਰਦੇ ਹਨ ਤੇ ਭਵਿੱਖ ਦੀ ਚਿੰਤਾ ਵਿੱਚ ਪਏ ਰਹਿੰਦੇ ਹਨ। ਪਰ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਨਾ ਬੀਤ ਚੁੱਕੇ ਦਾ ਝੋਰਾ ਤੇ ਨਾ ਹੀ ਆਉਣ ਵਾਲੇ ਸਮੇਂ ਦੀ ਚਿੰਤਾ ਕਰਨ ਲਈ ਆਖਿਆ ਹੈ, ਬਲਕਿ ਸਿੱਖ ਤਾਂ ਵਰਤਮਾਨ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਬਾਰੇ ਫਰਮਾਨ ਕਰਦੇ ਨੇ, ਵਰਤਮਾਨ ਵਿੱਚ ਵਰਤਦਾ ਹੋਵਨਹਾਰ ਸੋਈ ਪ੍ਰਵਾਣਾ, ਜਾਂ ਗੁਰਮੁਖ ਸੁਖ ਫਲ ਸਹਿਜ ਘਰ ਵਰਤਮਾਨ ਅੰਦਰ ਵਰਤੰਦਾ। ਇਸ ਲਈ ਸਤਿਗੁਰੂ ਦਾ ਵੀ ਹੁਕਮ ਹੈ ਕਿ ਤੂੰ ਵਰਤਮਾਨ ਨੂੰ ਸੰਭਾਲਣਾ ਤੇ ਉਦਮ ਕਰਨਾ ਹੈ। ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਸ ਲਈ ਛੱਡੀਏ ਚਿੰਤਾ ਪੂਰਬਲੇ ਕਰਮਾਂ ਦੀ, ਪੂਰਬਲੇ ਸਮੇਂ ਦਾ ਝੋਰਾ ਤੇ ਆਉਣ ਵਾਲੇ ਦੀ ਚਿੰਤਾ ਛੱਡ ਕੇ ਗੁਰੂ ਅਰਜਨ ਪਾਤਸ਼ਾਹ ਦਾ ਇਹ ਬਚਨ ਯਾਦ ਰੱਖੀਏ, ਆਪਣੇ ਜੀਵਨ ਢਾਲੀਏ ਕਿ ਅਗਾਂਹ ਕੂ ਤਰਾਂਗ ਪਿਛਾਂ ਫੇਰ ਨਾ ਮੋਂਡੜਾ, ਨਾਨਕ ਸਿੱਝ ਵੇਹਾ ਵਾਰ ਬੌੜ ਨਾ ਹੋਵੀ ਜਨਮੜਾ। ਸੋ ਅਸੀਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ, ਜੋ ਮੈਂ ਪਹਿਲਾਂ ਦੱਸਿਆ ਕਿ 1 ਮਿੰਟ ਪਹਿਲਾਂ ਕੀਤਾ ਹੋਇਆ ਕਰਮ ਇਸੇ ਜਨਮ ਵਿੱਚ ਸਾਰੇ ਜੀਵਨ ਦੇ, ਹੁਣ ਤੱਕ ਭਾਵੇਂ ਅਸੀਂ 66 ਸਾਲ ਦੀ ਮੇਰੀ ਉਮਰ ਹੋ ਗਈ, ਜੋ ਕਰਮ ਚੰਗੇ ਜਾਂ ਮੰਦੇ ਕੀਤੇ ਨੇ ਇਹ ਤਾਂ ਮੇਰੇ ਪੂਰਬਲੇ ਕਰਮ ਬਣ ਹੀ ਚੁੱਕੇ ਨੇ। ਪਰ ਇਹਦੇ ਨਾਲ ਹੀ ਪੂਰਬਲੇ ਕਰਮਾਂ ਦਾ ਵੀ ਜਿਹੜਾ ਹੈ ਉਹ ਸਾਰਾ ਖਜ਼ਾਨਾ ਇੱਕ ਜਗ੍ਹਾ ਇਕੱਠਾ ਹੋ ਜਾਂਦਾ ਹੈ, ਜੋ ਮਨੁੱਖਾ ਜਨਮ ਵਿੱਚ ਆ ਕੇ ਸਾਨੂੰ ਉਹਨਾਂ ਕਰਮਾਂ ਦਾ ਲੇਖਾ ਜੋਖਾ ਕਰਨਾ ਪੈਂਦਾ ਹੈ। ਇਸ ਲਈ ਕੇਵਲ ਤੇ ਕੇਵਲ ਅਰਦਾਸ ਹੀ ਪਰਿਪੂਰਨ ਪਰਮਾਤਮਾ ਦੇ ਚਰਨਾਂ 'ਚ ਕਰਿਆ ਕਰੀਏ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ, ਇਹ ਭੀਤਰ ਤੇ ਇनको ਡਾਰੋ, ਆਪਨ ਨਿਕਟ ਬੁਲਾਵੋ, ਆਪਣੀ ਵਿਦ ਤੁਮ ਆਪ ਜਨਾਵੋ, ਹਰ ਜਨ ਮੰਗਲ ਗਾਵੋ ਰਹਾਓ, ਵਿਸਰ ਨਾਹੀ ਕਬੂ ਹੀਏ ਤੇ ਇਹ ਵਿਦ ਮਨ ਮੈਂ ਪਾਵੋ, ਗੁਰਪੂਰਾ ਭੇਟਿਓ ਬਡਭਾਗੀ, ਜਨ ਨਾਨਕ ਕਤੇ ਨਾ ਧਾਵੋ। ਅਸੀਂ ਆਵਾਗਾਉਣ ਦੇ ਚੱਕਰ ਤੋਂ ਬਚ ਸਕਦੇ ਹਾਂ। ਸੋ ਇਹ ਪੂਰਬਲੇ ਕਰਮਾਂ ਦਾ ਸਮਾਂ ਇਸ ਜਨਮ ਸਮੇਤ ਪਿਛਲੇ ਜਨਮਾਂ ਨਾਲ ਵੀ ਸੰਬੰਧ ਰੱਖਦਾ ਹੈ। ਗੁਰਬਾਣੀ ਦੇ ਮੁਤਾਬਕ ਜਿਤਨਾ ਸਤਿਗੁਰੂ ਨੇ ਰਹਿਮਤ ਕੀਤੀ, ਆਪਣੇ ਦਿਮਾਗ ਵਿੱਚ ਸਤਿਗੁਰੂ ਦੀ ਬਾਣੀ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ, ਉਹ ਇਹਦੇ ਨਾਲ ਹੋਰ ਵਧੀਆ ਉੱਤਰ ਦੇ ਸਕਦਾ ਹੈ, ਮੇਰੀ ਭੁੱਲ ਨੂੰ ਸੁਧਾਰ ਸਕਦਾ। ਮੈਂ ਧੰਨਵਾਦੀ ਸਮਝਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ ਨੇ ਕਾਫੀ ਵਿਸਥਾਰ 'ਚ ਦੱਸਿਆ ਔਰ ਅਖੀਰ ਤੇ ਜਿਹੜੀ ਗੱਲ ਕਹੀ ਹੈ ਉਹ ਬੜੀ ਪੱਤੇ ਦੀ ਹੈ ਕਿ ਗੱਲ ਤੇ ਹੈ ਕਿ ਅਸੀਂ ਅੱਜ ਦਾ ਜੀਵਨ ਕਿਵੇਂ ਜਿਉਣੇ। ਦੇਖੋ ਜਿਹੜਾ ਸਮਾਂ ਬੀਤ ਗਿਆ ਉਹ ਵਾਪਸ ਨਹੀਂ ਆਉਣਾ, ਉਹਦੇ ਤੇ ਝੁਰਨ ਦੀ ਲੋੜ ਨਹੀਂ ਹੈ। ਬੀਤੇ ਸਮੇਂ 'ਚ ਹੋ ਸਕਦਾ ਬੜੀਆਂ ਸਾਡੇ ਕੋਲ ਗਲਤੀਆਂ ਹੋਣ, ਕੁਝ ਹੋਣ, ਪਰ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦੇ। ਹਾਂ, ਇਹ ਜ਼ਰੂਰ ਹੈ ਕਿ ਉਹਨਾਂ ਦਾ ਪਛਤਾਤਾਪ ਕਰਕੇ ਅਸੀਂ ਅੱਗੋਂ ਲਈ ਇੱਕ ਵਧੀਆ ਇਨਸਾਨ, ਨੇਕ ਇਨਸਾਨ ਬਣੀ। ਔਰ ਗੁਰਬਾਣੀ ਵੀ ਸਾਨੂੰ ਇਹੀ ਕਹਿੰਦੀ। ਵੀਰ ਜੀ ਨੇ ਗੁਰਬਾਣੀ ਦੀ ਤੁਕ ਵੀ ਬੜੀ ਬਾਖੂਬੀ ਪੜ੍ਹੀ ਕਿ ਅਗਾਂਹ ਕੂ ਤਰਾਗ ਪਿੱਛਾ ਦੇ ਨਾ ਮੋੜ, ਕਿ ਅਸੀਂ ਪਿਛਲੀਆਂ ਗੱਲਾਂ ਛੱਡੀਏ। ਤਾਂ ਇਹ ਜਿਹੜੇ ਮੈਂ ਸਮਝਦਾ ਵੀ ਜਿਹੜੀ ਇਹ ਪੂਰਬਲੇ ਜਨਮਾਂ ਦੀ ਵੀ ਗੱਲ ਹੈ, ਇਹ ਸ਼ਾਇਦ ਸਾਨੂੰ ਜਿਹੜੇ ਦੂਸਰੇ ਸਾਡੇ ਆਲੇ ਦੁਆਲੇ ਦੂਜੇ ਮਤ ਨੇ ਉਹਨਾਂ ਦੇ ਪ੍ਰਭਾਵ ਕਰਕੇ ਵੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਸਾਨੂੰ ਹਮੇਸ਼ਾ ਅੱਜ ਦੇ ਜੀਵਨ ਦੀ ਗੱਲ ਕਰਦੀ, ਕਿਉਂਕਿ ਜਿਹੜਾ ਸਮਾਂ ਲੰਘ ਗਿਆ, ਆਉਣ ਵਾਲੇ ਦਾ ਪਤਾ ਕੋਈ ਨਹੀਂ। ਬਈ ਅਸੀਂ ਸੋਚੀ ਵੀ ਚਲੋ ਅੱਜ ਨਹੀਂ ਤੇ ਕੱਲ ਕਰ ਲਾਂਗੇ, ਇਹ ਗੁਰਬਾਣੀ ਅਲਾਓ ਨਹੀਂ ਕਰਦੀ। ਅਸੀਂ ਅੱਜ ਹੀ ਕਰਨਾ ਜੋ ਅੱਜ ਦਾ ਸਮਾਂ ਇਸ ਵੇਲੇ ਸਾਡੇ ਕੋਲ ਹੈ, ਕਿਉਂਕਿ ਆਉਣ ਵਾਲੇ ਸਮੇਂ ਦੀ ਗਰੰਟੀ ਕੋਈ ਨਹੀਂ ਹੈ। ਹਮ ਆਦਮੀਆਂ ਇੱਕਦਮੀ ਮੌਲਤ ਮੌਤ न ਜਾਣਾ। तो इस करके आने वाले समय की आस नहीं रखनी, पुराने का झोरा नहीं रखना। जिहड़ा अज साडे कोल समय है कि असीं इहदे जो भी इहदा लाहा लै सकीए, पानी तो आया लाहा लैन। ते याद रखिए भी किते भैड़ियां कमां च नहीं पै गए, लगा के ते पकड़े सब मुकदी चली जाए। तो वीर हरविंदर सिंह जी ने भी लिखा कि ये तेरा अवसर, ये तेरे बार बिल्कुल ठीक है कि ये साडा यह जिहड़ा प्रेजेंट जन्म हैगा, इहदे जो करना असीं कर सकदे हां और करना भी चाहिए। देखो मनुखा जन्म सब तो सरताज जन्म है, तो ये बड़े बाकी सारिया जूना तो वधिया, क्योंकि साडे कोल विवेक बुद्धि। तो इस करके उस विवेक का सही वरतों करके विवेक दी सानू चंगे नेक कर्म, वधिया कर्म जिहड़े ने करने चाहिए ने।
ਗੁਰਬਾਣੀ ਇਹੀ ਕਹਿੰਦੀ ਹੈ। तो आओ सतगुरु कृपा ਕਰਨ ਅਸੀਂ ਗੁਰਬਾਣੀ ਨਾਲ ਜੁੜੇ ਰਹੀਏ, ਔਰ ਤਾਂ ਜੇ ਕਿਉਂਕਿ ਜਿਹੜੀਆਂ ਦੂਜੀਆਂ ਫੋਰਸਸ ਨੇ ਮਟੀਰੀਅਲਿਸਟਿਕ ਪਦਾਰਥਵਾਦੀ ਜਿਹੜੀਆਂ ਬਾਕੀ ਖਿੱਚਾਂ ਨੇ ਉਹ ਮਨੁੱਖ ਨੂੰ ਹਮੇਸ਼ਾ ਭਟਕਾਉਂਦੀਆਂ ਨੇ। तो ਚੰਗੇ ਪਾਸੇ ਸਾਨੂੰ ਲਾ ਸਕਦੀ ਹੈ ਤਾਂ ਕੇਵਲ ਗੁਰੂ ਕੀ ਬਾਣੀ। तो आओ ਗੁਰੂ ਕੀ ਬਾਣੀ ਦੇ ਅਨੁਸਾਰੀ ਹੋਈਏ। तो मैं ਵੀਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਇਹ ਐਕਸਪਲੇਨ ਕੀਤਾ। तो ਬਾਕੀ ਸਾਧ ਸੰਗਤ ਜੀ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਜੋ ਕਿ ਹੈ ਇਹ ਨਹੀਂ ਕਿ ਫਾਈਨਲ ਹੈ, ਇਹ ਤਾਂ ਸਾਡੀ ਕੋਸ਼ਿਸ਼ ਹੈ। ਉਹਦੇ ਵਿੱਚ ਜੋ ਵੀ ਸਾਨੂੰ ਇੰਪਰੂਵਮੈਂਟ ਆਏਗੀ ਜ਼ਰੂਰ ਕਰਾਂਗੇ, ਆਪ ਨਾਲ ਸਾਂਝ ਪਾਉਂਦੇ ਰਿਹਾ ਕਰਾਂਗੇ। तो ਸਾਧ ਸੰਗਤ ਜੀ ਵੀਰ ਗੁਲਬਰਤ ਸਿੰਘ ਜੀ ਇੱਥੋਂ US ਤੋਂ ਪਿਛਲੇ ਕੁਝ ਸਮੇਂ ਤੋਂ ਸਾਡੇ ਨਾਲ ਜੁੜੇ ਨੇ। ਉਹ ਆਪ ਖੁਦ ਵਿਚਾਰਵਾਨ ਤੇ ਵਿਦਵਾਨ ਨੇ, ਅੱਜ ਸੰਗਤ ਵੀ ਹਾਜ਼ਰ ਨੇ। ਤੇ ਉਹਨਾਂ ਨੇ ਇੱਕ ਕੁਐਸਚਨ ਭੇਜਿਆ ਕਿ what role ਬਾਬਾ ਬੁੱਢਾ ਜੀ have in birth of ਗੁਰੂ ਹਰਗੋਬਿੰਦ ਸਾਹਿਬ, ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਸੰਬੰਧੀ, ਕਿਉਂਕਿ ਬਾਬਾ ਬੁੱਢਾ ਜੀ ਦੀ ਨਾਲ ਸਾਖੀਆਂ ਨਾਲ ਜੁੜੀਆਂ ਜਿਹੜੀਆਂ ਸਾਖੀਆਂ ਚੱਲਦੀਆਂ ਨੇ, ਸ਼ਾਇਦ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ। ਤੇ ਮੈਂ ਇਹਦੇ ਲਈ ਬੇਨਤੀ ਕਰ ਰਿਹਾ ਵੀਰ ਤਜਿੰਦਰ ਸਿੰਘ ਜੀ ਨੂੰ ਕਿ ਉਹ ਗੁਰਮਤ ਦੀ ਲਾਈਟ ਵਿੱਚ ਸਾਨੂੰ ਇਹਦੇ ਬਾਰੇ ਚਾਨਣਾ ਪਾਉਣ। ਵੀਰ ਤਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਗੱਲ ਬੜੀ ਕਲੀਅਰ ਕਰ ਦੇਣਾ ਚਾਹਨਾ ਕਿ ਜਿਹੜੀਆਂ ਸਾਖੀਆਂ ਹੁੰਦੀਆਂ ਨੇ, ਉਹ ਸਾਖੀਆਂ ਜਿਹੜੀਆਂ ਹੁੰਦੀਆਂ ਨੇ ਉਹਨੂੰ ਗੁਰਮਤ ਦੀ ਕਸੌਟੀ ਦੇ ਉੱਪਰ, ਗੁਰਬਾਣੀ ਦੀ ਕਸੌਟੀ ਦੇ ਉੱਤੇ ਪਰਖਣਾ ਬੜਾ ਜ਼ਰੂਰੀ ਹੈ। ਕਿਉਂਕਿ ਗੁਰਬਾਣੀ ਜਿਹੜੀ ਸਾਨੂੰ ਕਹਿੰਦੀ ਹੈ ਕਿ ਜਿਹੜੇ ਜੀਵਨ ਔਰ ਮਰਨ ਦਾ ਜਿਹੜਾ ਹੱਕ ਹੈ, ਉਹ ਜਿਹੜੀ ਪਾਵਰ ਹੈ ਉਹ ਕੇਵਲ ਅਕਾਲ ਪੁਰਖ ਦੇ ਕੋਲ ਹੈ। ਹਰ ਬਿਨ ਕੋਈ ਮਾਰ ਜਵਾਲ ਨਾ ਸਕੇ, ਹੋਏ ਨਿਸੰਗ ਨਿਸਰ ਹੋਏ ਰਹੀਏ। ਜੋਰ ਨਾ ਜੀਵਨ ਮਰਨ ਨਾ ਜੋਰ। ਤੋ ਕਿਸੇ ਵੀ ਹੋਰ ਤਰੀਕੇ ਦੇ ਨਾਲ ਪਰਮਾਤਮਾ ਦੇ ਹੁਕਮ ਤੋਂ ਬਿਨਾਂ, ਕਿਸੇ ਦੇ ਕਹੇ ਦੇ ਨਾਲ ਕੋਈ ਵੀ ਬੰਦਾ ਇਸ ਸੰਸਾਰ ਵਿੱਚ ਨਾ ਜਨਮ ਲੈ ਸਕਦਾ ਹੈ ਤੇ ਨਾ ਹੀ ਕਿਸੇ ਦੇ ਕਹਿਣ ਨਾਲ ਇਸ ਸਰੀਰ ਜਿਹੜਾ ਹੈ ਤਿਆਗ ਕੇ ਜਾ ਸਕਦਾ ਹੈ। ਤੋ ਜਨਮ ਔਰ ਮਰਨ ਦਾ ਜੋ ਗੁਰਮਤ ਦਾ ਕੰਸੈਪਟ ਹੈ ਉਹ ਕੇਵਲ ਅਕਾਲ ਪੁਰਖ ਦੇ ਹੱਥ ਵਿੱਚ ਹੈ। ਜਿਹੜਾ ਕਰਤਾ ਪੁਰਖ ਹੈ, ਜਿਹੜਾ ਇਸ ਸ੍ਰਿਸ਼ਟੀ ਦਾ ਕਰਤਾ ਹੈ, ਉਹ ਉਸ ਦੇ ਹੱਥ ਵਿੱਚ ਹੀ ਪਾਵਰ ਹੈ ਕਿ ਜਦੋਂ ਉਸਨੇ ਸਾਨੂੰ ਇਸ ਸੰਸਾਰ ਦੇ ਵਿੱਚ ਜਾਂ ਤੇ ਪਾਣਾ ਤਾਂ ਜੰਮਿਆ, ਜਿਸ ਵੇਲੇ ਉਹ ਪ੍ਰਮਾਤਮਾ ਦਾ ਪਾਣਾ ਹੋਇਆ, ਉਸ ਨੂੰ ਚੰਗਾ ਲੱਗਿਆ ਤਾਂ ਉਹਨੇ ਸਾਨੂੰ ਇਸ ਸੰਸਾਰ ਦੇ ਵਿੱਚ ਜਿਹੜਾ ਹੈ ਉਹ ਜਨਮ ਦਿੱਤਾ ਹੈ। ਤੋ ਇਹ ਜਿਹੜੀਆਂ ਸਾਖੀਆਂ ਹਨ ਇਹ ਪਤਾ ਨਹੀਂ ਕਿਸ ਸੰਦਰਭ ਦੇ ਵਿੱਚ ਕਿਵੇਂ ਲਿਖੀਆਂ ਗਈਆਂ ਹਨ। ਇਹਦਾ ਇਹੀ ਹੈ ਕਿ ਜਿਹੜੇ ਪੁਰਾਤਨ ਜਿਹੜੇ ਮਤਾਂ ਨੂੰ ਉਹਨਾਂ ਦੇ ਵਿੱਚ ਸੰਤਾਂ ਸਾਧਾਂ ਨੂੰ ਜਾਂ ਕਿਸੇ ਨੂੰ ਹੋਰਾਂ ਨੂੰ ਪਾਵਰ ਕੋਈ ਐਸੀ ਦਿੱਤੀ ਗਈ ਹੈ ਕਿ ਉਹ ਪੁੱਤਰ ਵੰਡਣ ਤੇ ਕੋਈ ਧੀਆਂ ਵੰਡੇ ਤੇ ਕੋਈ ਕੁਛ ਵੰਡੇ। ਤੋ ਇਹ ਦੁਕਾਨਾਂ ਅੱਜ ਵੀ ਚੱਲ ਰਹੀਆਂ ਹਨ। ਤੋ ਇਹ ਸਾਰੀਆਂ ਮਿਸਗਾਈਡ ਕਰਦੀਆਂ ਹਨ, ਗੁਰਮਤ ਨੂੰ ਕਨਫਿਊਜ਼ ਕਰਦੀਆਂ ਹਨ। ਤੇ ਗੁਰਮਤ ਅਨੁਸਾਰ ਇਹੀ ਵਿਚਾਰ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਜਨਮ ਹੈ ਉਹ ਅਕਾਲ ਪੁਰਖ ਦੀ ਕਿਰਪਾ ਨਾਲ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਉਸ ਦੇ ਵਾਸਤੇ ਕਿਸੇ ਦਾ ਕੋਈ ਵਾਰ ਜਿਹੜਾ ਹੈ ਉਹ ਇਸ ਦੇ ਵਿੱਚ ਜਿਹੜਾ ਕੋਈ ਅਰਥ ਨਹੀਂ ਰੱਖਦਾ, ਕਿਉਂਕਿ ਪੈਦਾ ਕਰਨਾ ਔਰ ਸੰਸਾਰ ਦੇ ਵਿੱਚ ਉਸ ਨੂੰ ਸਸਟੇਨ ਕਰਨਾ ਔਰ ਫਿਰ ਉਸ ਨੂੰ ਵਾਪਸ ਆਪਣੇ ਕੋਲ ਸੱਦ ਲੈਣਾ, ਇਹ ਸਿਰਫ ਔਰ ਸਿਰਫ ਅਕਾਲ ਪੁਰਖ ਦਾ ਕੰਮ ਹੈ। ਬਾਕੀ ਜਿਹੜੇ ਹਨ ਉਹ ਭੁਲੇਖੇ ਹਨ। ਉਹਨਾਂ ਭੁਲੇਖਿਆਂ ਦੇ ਵਿੱਚ ਜਾਂ ਇਹੋ ਜਿਹੀਆਂ ਸਾਖੀਆਂ ਨੂੰ ਕੋਈ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਰਿਸ, ਸਰਾਪ ਤੇ ਕਰਾਮਾਤਾਂ ਇਹ ਐਕਚੁਅਲੀ ਗੁਰਮਤ ਦੀ ਫਿਲਾਸਫੀ ਤਾਂ ਹੈ ਹੀ ਨਹੀਂ। ਇਹ ਅਨੁਮਤੀਆਂ ਦੀ ਹੈ ਕਿ ਕਿਸੇ ਨੂੰ ਕੋਈ ਵਰ ਦੇ ਦੇਣਾ ਤੇ ਕਿਸੇ ਨੂੰ ਸਰਾਪ ਦੇ ਦੇਣਾ। ਗੁਰੂ ਘਰ ਵਿੱਚ ਭਾਵ ਗੁਰਮਤ ਗੁਰੂ ਨਾਨਕ ਸਾਹਿਬ ਜੀ ਦੇ ਮਤ ਵਿੱਚ ਐਸੀ ਕੋਈ ਗੱਲ ਨਹੀਂ। ਤੇ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਔਰ ਬਾਣੀ 'ਚ ਆਪਾਂ ਬੜੀ ਥਾਂ ਤੇ ਪੜ੍ਹਦੇ ਹਾਂ, ਇਹ ਵੀ ਤੇ ਆਮ ਪੜ੍ਹਦੇ ਹਾਂ ਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਤੇ ਸਤਿਗੁਰੂ ਵਾਹਿਗੁਰੂ ਜੀ ਦੇ ਹੱਥ ਵਿੱਚ, ਕੋਈ ਕਿਸੇ ਹੋਰ ਦੇ ਨਹੀਂ। ਇੱਕ ਸਾਨੂੰ ਜੋੜਿਆ ਹੀ ਇੱਕ ਨਾਲ ਹੈ। ਇੱਕ ਓਂਕਾਰ ਤੋਂ ਗੱਲ ਸ਼ੁਰੂ ਹੁੰਦੀ, ਦੂਜੇ ਦੀ ਤਾਂ ਗੱਲ ਹੀ ਕੋਈ ਨਹੀਂ। ਇੱਕ ਹੈ, ਕੇਵਲ ਇੱਕ। ਸਾਇ ਮੇਰਾ ਏਕੋ ਹੈ, ਏਕੋ ਹੈ ਕੋਈ ਏਕੋ ਹੈ। ਤੋ ਇੱਕ ਵਾਹਿਗੁਰੂ ਹੈ। ਤੋ ਅਸੀਂ ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਵਾਹਿਗੁਰੂ ਦੇ ਹੁਕਮ ਤੋਂ ਬਗੈਰ ਕੁਝ ਵੀ ਨਹੀਂ ਹੁੰਦਾ। ਜੋ ਕੁਝ ਵੀ ਹੋ ਰਿਹਾ ਸੰਸਾਰ, ਸਾਰੀ ਕਾਇਨਾਤ ਵਿੱਚ ਕਿਤੇ ਵੀ ਹੋ ਰਿਹਾ, ਉਹਦੇ ਹੁਕਮ ਅਨੁਸਾਰ ਹੋ ਰਿਹਾ। ਔਰ ਜਿੱਥੋਂ ਤੱਕ ਸਾਡਾ ਇਹ ਹੈ, ਉਹ ਜਿਹੜੀ ਕਰਮਾਂ ਦੀ ਗੱਲ ਕੀਤੀ ਜਾਂਦੀ ਹੈ, ਉਹ ਇਸ ਕਰਕੇ ਹੈ ਕਿ ਅਸੀਂ ਨੇਕ ਕਰਮ ਕਰੀਏ। ਹੁੰਦਾ ਸਭ ਕੁਝ ਵਾਹਿਗੁਰੂ ਦੇ ਹੁਕਮ ਅਨੁਸਾਰ ਹੈ, ਪਰ ਸਾਨੂੰ ਇਹ ਵੀ ਨਾਲ ਐਸੀਆਂ ਡਾਇਰੈਕਸ਼ਨ ਦੇ ਕਿ ਸਾਨੂੰ ਹਮੇਸ਼ਾ ਸਦਾਚਾਰੀ ਗੁਣ ਔਰ ਨੇਕ ਨੀਤੀ ਵਾਲੀ ਜਿਹੜੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ, ਤਾਂ ਜੇ ਅਸੀਂ ਆਪ ਵੀ ਸਹਿਜ ਵਿੱਚ ਰਹੀਏ ਤੇ ਬਾਕੀ ਸਮਾਜ ਵੀ ਜਿਹੜਾ ਉਹ ਸਹਿਜ ਵਿੱਚ ਰਹਿ ਸਕੇ। ਤੋ ਵੀਰ ਗੁਲਬਰਤ ਸਿੰਘ ਜੀ, ਆਪ ਜੀ ਦੇ ਸਵਾਲ ਦਾ ਜੇ ਜਵਾਬ ਹੈ ਉਹ ਵੀਰ ਤਜਿੰਦਰ ਸਿੰਘ ਜੀ ਨੇ ਦੇ ਦਿੱਤਾ।
ਆਸ ਕਰਦੇ ਹਾਂ ਵੀ ਆਪ ਜੀ ਨੂੰ ਇਹ ਠੀਕ ਲੱਗਿਆ ਹੋਵੇਗਾ। ਨਹੀਂ ਤਾਂ ਮੈਂ ਜਿਸ ਤਰ੍ਹਾਂ ਪਹਿਲੇ ਦੱਸਿਆ, ਵੀਰ ਗੁਰਬਖਸ਼ ਸਿੰਘ ਜੀ ਖੁਦ ਵਿਚਾਰ ਬੜੇ ਵਿਦਵਾਨ ਨੇ, ਵਿਚਾਰਵਾਨ ਨੇ, ਉਹ ਸਾਨੂੰ ਹੋਰ ਵੀ ਗਾਈਡ ਕਰ ਸਕਦੇ ਨੇ। ਲਿਖ ਕੇ ਅਸੀਂ ਉਹਦੀ ਆਪਣੇ ਆਪ ਨੂੰ ਸੰਤੁਸ਼ਟੀ ਮਹਿਸੂਸ ਕਰਾਂਗੇ। ਧੰਨਵਾਦ ਸਭ ਦਾ ਜੀ। ਤੋਂ ਸਾਧ ਸੰਗਤ ਜੀ, ਕੁਝ ਸਵਾਲ ਰਹਿ ਗਏ ਨੇ, ਮੈਂ ਜਿਨ੍ਹਾਂ ਦੇ ਸਵਾਲ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੈਂ ਉਹਨਾਂ ਤੋਂ ਖਿਮਾ ਮੰਗਦਾ, ਕਿਉਂਕਿ ਹੁਣ ਸਮਾਂ ਨਹੀਂ ਹੈ ਤੇ ਅਗਲੇ ਹਫਤੇ ਉਹ ਸਵਾਲ ਜਿਹੜੇ ਨੇ ਉਹ ਜ਼ਰੂਰ ਲੈ ਲਏ ਜਾਣ। ਤੋ ਸਾਧ ਸੰਗਤ ਜੀ, ਸੰਗਤ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਰੋਜ਼ ਨਵੀਆਂ ਸੰਗਤਾਂ ਸਾਡੇ ਨਾਲ ਜੁੜਦੀਆਂ। ਤੋ ਅੱਜ ਵੀ ਜਿਹੜੀਆਂ ਨਵੀਆਂ ਆਈਡੀਜ਼ ਮੈਨੂੰ ਦਿਸ ਰਹੀਆਂ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਆਪ ਨੂੰ ਅਨਮਿਊਟ ਕਰਕੇ ਸੰਗਤ ਨਾਲ ਫਤਿਹ ਸਾਂਝੀ ਪਾਉਣ। ਕੁਝ ਆਈਡੀਜ਼ ਮੈਂ ਨੋਟ ਕੀਤੀਆਂ ਨੇ, ਜੇ ਕੋਈ ਨਹੀਂ ਵੀ, ਕਿਉਂਕਿ ਕਈ ਵਾਰੀ ਕਈ ਫੋਨ ਨੰਬਰਸ ਨਾਲ ਜਾਂ ਉਸ ਤਰ੍ਹਾਂ ਹੈਗੀਆਂ ਨੇ, ਨਹੀਂ ਪਤਾ ਲੱਗਦਾ। ਇਹ ਕਹਿਣ ਤੋਂ ਭਾਵੇਂ ਕੋਈ ਵੀ ਸੰਗਤ ਵਿੱਚ ਨਵਾਂ ਪ੍ਰਾਣੀ ਆਇਆ ਤਾਂ ਕਿਰਪਾ ਕਰਕੇ ਆਪਣੇ ਆਪ ਅਨਮਿਊਟ ਕਰਕੇ ਸੰਗਤ ਨਾਲ ਫਤਿਹ ਸਾਂਝੀ ਕਰ ਲਵੇ। ਤੋ ਇੱਕ ਆਈਡੀ ਆਈ ਜੀ ਸ਼ਰਨਜੀਤ ਕੌਰ, ਤੋ ਜਿਨ੍ਹਾਂ ਦੀ ਆਈਡੀ ਸ਼ਰਨਜੀਤ ਕੌਰ ਹੈ, ਉਹ ਆਪਣੇ ਆਪ ਨੂੰ ਅਨਮਿਊਟ ਕਰਨ ਔਰ ਸੰਗਤ ਨਾਲ ਫਤਿਹ ਸਾਂਝੀ ਕਰਨ। ਹਾਂਜੀ, ਸ਼ਰਨਜੀਤ ਕੌਰ ਜੀ। ਇਨ ਦੀ ਮੀਨ ਟਾਈਮ ਅਗਲਾ ਨਾਮ ਬੋਲਦਾ ਜੀ ਪ੍ਰਭਦੀਪ ਕੌਰ, ਜਿਨ੍ਹਾਂ ਦੀ ਆਈਡੀ ਪ੍ਰਭਦੀਪ ਕੌਰ ਹੈ। ਪ੍ਰਦੀਪ ਕੌਰ ਵੀ ਹੈ ਇੱਕ ਆਈਡੀ। ਇੱਕ ਹੈ ਪ੍ਰਭਜੋਤ ਕੌਰ, ਜਿਨ੍ਹਾਂ ਦੀ ਆਈਡੀ ਪ੍ਰਭਜੋਤ ਕੌਰ ਹੈ, ਉਹ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ। ਜੋਤ ਕੌਰ ਤਾਂ ਹੈ ਨਹੀਂ, ਚਲੇ ਕਿਉਂ ਨਾ। ਇੱਕ ਆਈਡੀ ਤੇ ਸਿਰਫ ਐਂਡਰੋਇਡ ਲਿਖਿਆ ਹਾਂਜੀ ਹੋਇਆ, ਨਹੀਂ ਪ੍ਰਦੀਪ ਪਤਾ। ਕੌਰ ਜੀ ਦਾ ਅਨਮਿਊਟ ਹੋ ਗਿਆ ਮਾਈਕ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕੀ ਫਤਿਹ।